वाहिगुरू जी का खालसा वाहिगुरू जी की फतेह। तुसीं मेरे पिछे देख रहे हो, यह जिहड़ा पावन गुरुद्वारा साहिब है, ये परिवार विछोड़ा गुरुद्वारा साहिब है, जिथे कि गुरु गोबिंद सिंह जी के जिहड़ा परिवार का जिहड़ा विछोड़ा पिया सी। ते आपां थोड़ा जिहा साडे नाल और इहदे हैड ग्रंथ साहब जिहड़े हैगे बाबा गुरमीत सिंह जी, वो भी साडे विच मौजूद है। आपां उहनां नाल थोड़ी जी गलबात करांगे। बाबा जी जिहड़ा उहदे तो अज नगर कीर्तन चलना है, ਉਹਦੀ ਜਿਹੜੀ ਸਾਨੂੰ ਇਤਿਹਾਸ ਬਾਰੇ ਥੋੜਾ ਜਿਹਾ। ਸਭ ਤੋਂ ਪਹਿਲਾਂ ਤਾਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸੰਗਤ ਜੀਓ, ਇਹ ਉਹ ਪਾਵਨ ਸਥਾਨ ਹੈ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ, ਜਿਸ ਪਾਵਨ ਸਥਾਨ 'ਤੇ ਕਲਗੀਧਰ ਪਿਤਾ ਜੀਆਂ ਦੇ ਜੋ ਪਰਿਵਾਰ ਸੀ ਉਹਨਾਂ ਦਾ 3 ਹਿੱਸਿਆਂ ਵਿੱਚ ਵਿਛੋੜਾ ਪਿਆ। ਜਦੋਂ ਸਤਿਗੁਰੂ ਜੀ ਕਿਲ੍ਹਾ ਆਨੰਦਗੜ੍ਹ ਸਾਹਿਬ ਨੂੰ ਤਿਆਗ ਕੇ ਇਸ ਪਾਵਨ ਸਥਾਨ 'ਤੇ ਸਰਸਾ ਨਦੀ ਦੇ ਕਿਨਾਰੇ ਪਹੁੰਚੇ ਸਨ, ਤਾਂ ਇੱਥੇ ਘਮਸਾਨ ਦਾ ਜੰਗ ਹੋਇਆ ਔਰ ਨਾਲ ਦੀ ਨਾਲ ਜੋ ਸਤਿਗੁਰਾਂ ਨੇ ਇਸ ਪਾਵਨ ਅਸਥਾਨ 'ਤੇ ਵਰਦੀਆਂ ਤੋਪਾਂ ਅੰਦਰ ਵਰਸ਼ਿਆਂ ਦੇ ਅੰਦਰ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਦੀ ਵੀ ਸੰਭਾਲਣਾ ਕੀਤੀ। ਆਸਾ ਕੀ ਵਾਰ ਦਾ ਕੀਰਤਨ ਕੀਤਾ ਔਰ ਆਸਾ ਕੀ ਵਾਰ ਦੇ ਕੀਰਤਨ ਦੇ ਦੌਰਾਨ ਹੀ ਪਹਾੜੀ ਰਾਜੇ ਅਤੇ ਮੁਗਲ ਸੈਨਾਵਾਂ ਨੇ ਆਪਣੀਆਂ ਕਸਮਾਂ ਭੁਲਾ ਕੇ ਸਤਿਗੁਰਾਂ ਦੇ ਇਸ ਸਮੁੱਚੇ ਹੀ ਵਹੀਰ ਦੇ ਉੱਪਰ ਹਮਲਾ ਕਰ ਦਿੱਤਾ ਅਤੇ ਇਸ ਵਹੀਰ ਦੇ ਅੰਦਰ ਅਨੇਕਾਂ ਗੁਰੂ ਕੇ ਸਿੰਘਾਂ ਨੇ ਸ਼ਹਾਦਤਾਂ ਦੇ ਜਾਮ ਪੀਤੇ ਔਰ ਬੜੀ ਬਹਾਦਰੀ ਦੇ ਨਾਲ ਲੜੇ। ਜਦੋਂ ਇਸ ਪਾਵਨ ਸਥਾਨ 'ਤੇ ਦੀਵਾਨਾਂ ਦੀ ਸਮਾਪਤੀ ਹੋਈ, ਸਤਿਗੁਰੂ ਜੀ ਇਸ ਪਾਵਨ ਸਥਾਨ ਤੋਂ ਅੱਗੇ ਦੇ ਵੱਲ ਨੂੰ ਰਵਾਨਾ ਹੋਏ। ਅੱਗੇ ਸਾਰੇ ਸਰਸਾ ਦਾ ਵਹਿਣ ਹੋਣ ਦੇ ਕਾਰਨ, ਜਿਹਦੇ ਵਿੱਚ ਬੜਾ ਪਾਣੀ ਆਇਆ ਹੋਇਆ ਸੀ ਬਰਸਾਤਾਂ ਦੇ ਕਾਰਨ, ਅਤੇ ਉਸ ਪਾਣੀ ਦੇ ਤੇਜ਼ ਵਹਾਓ ਦੇ ਕਾਰਨ ਸਤਿਗੁਰਾਂ ਦੇ ਪਰਿਵਾਰ ਦਾ 3 ਹਿੱਸਿਆਂ ਵਿੱਚ ਵਿਛੋੜਾ ਗਿਆ। ਕਿਉਂਕਿ ਇਤਿਹਾਸ ਦੇ ਅੰਦਰ ਵੀ ਇਹ ਬਚਨ ਨੇ, ਦਿਵਸ ਚੜ੍ਹਿਓ ਨਾਂਗਾ ਪਰਿਓ ਉਤਰ ਗਇਓ ਕਸ਼ਮੀਰ, ਕੋ ਆਗੇ ਕੋ ਪਾਛੈ ਬੜਿਓ ਕਿਨੈ ਨ ਰਹਿਓ ਧੀਰ, ਸਾਹਿਬਜ਼ਾਦੇ ਵੱਡ ਦੋ ਚੱਲੇ ਸੋ ਸਤਿਗੁਰ ਸਾਥ, ਛੋਟੇ ਸੰਗ ਮਾਤ ਗੁਜਰੀ ਐਸੀ ਭਈ ਕਸ਼ਵਾਤ। ਵੀ ਇਉਂ ਭਾਈ ਇਹ ਉਹ ਪਾਵਨ ਸਥਾਨ ਹੈ ਜਿੱਥੇ ਸਤਿਗੁਰਾਂ ਦੇ ਪਰਿਵਾਰ ਦਾ 3 ਹਿੱਸਿਆਂ ਵਿੱਚ ਵਿਛੋੜਾ ਪਿਆ ਅਤੇ ਵੱਡੇ ਸਾਹਿਬਜ਼ਾਦੇ ਕਲਗੀਧਰ ਪਿਤਾ ਜੀ ਨਾਲ 40 ਸਿੰਘ ਇਸ ਪਾਵਨ ਸਥਾਨ ਤੋਂ ਭੱਠਾ ਸਾਹਿਬ ਦੀ ਪਾਵਨ ਧਰਤੀ ਤੋਂ ਹੁੰਦੇ ਹੋਏ ਚਮਕੌਰ ਸਾਹਿਬ ਦੀ ਗੜੀ ਨੂੰ ਚਲੇ ਜਾਂਦੇ ਨੇ ਔਰ ਛੋਟੇ ਸਾਹਿਬਜ਼ਾਦੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀਆਂ ਦੇ ਨਾਲ ਇਸ ਪਾਵਨ ਸਥਾਨ ਤੋਂ ਛੰਨ ਬਾਬਾ ਕੁਮਾ ਮਾਸਕੀ ਜੀ ਦੇ ਪਾਵਨ ਸਥਾਨ ਦੇ ਵੱਲ ਨੂੰ ਰਵਾਨਾ ਹੋ ਜਾਂਦੇ ਨੇ ਔਰ ਸਤਿਕਾਰਯੋਗ ਮਾਤਾ ਸਾਹਿਬ ਕੌਰ ਜੀ, ਸਤਿਕਾਰਯੋਗ ਮਾਤਾ ਸੁੰਦਰ ਕੌਰ ਜੀ ਇਸ ਪਾਵਨ ਸਥਾਨ ਤੋਂ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਦੇ ਵੱਲ ਨੂੰ ਰਵਾਨਾ ਹੋ ਜਾਂਦੇ ਨੇ। ਉਹਨਾਂ ਬੈਰਾਗਮਈ ਪਲਾਂ ਨੂੰ ਸਰਬੱਤ ਸੰਗਤਾਂ ਨੇ ਇਲਾਕੇ ਦੀ ਨੇ ਆਪਣੇ ਹਿਰਦਿਆਂ ਵਿੱਚ ਵਸਾਉਂਦਿਆਂ ਹੋਇਆਂ ਅੱਜ ਇਸ ਪਾਵਨ ਸਥਾਨ ਤੋਂ ਪੈਦਲ ਜੋ ਮਾਰਚ ਹੈ ਉਹਦੀ ਆਰੰਭਤਾ ਕਰਨੀ ਹੈ। ਸੋ ਇਸ ਲਈ ਉਹਦੀਆਂ ਸਮੁੱਚੀਆਂ ਹੀ ਤਿਆਰੀਆਂ ਨੇ। ਗੁਰੂ ਕੀ ਸੰਗਤਾਂ ਹੁਮ ਹੁਮਾ ਕੇ ਇਸ ਪੈਦਲ ਮਾਰਚ ਵਿੱਚ ਸ਼ਾਮਲ ਹੋਣ ਦੇ ਵਾਸਤੇ ਪਹੁੰਚ ਰਹੀਆਂ ਨੇ। ਆਪ ਸਰਬੱਤ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਭਾਈ ਇਹ ਜਿਹੜੇ ਸ਼ਹੀਦੀ ਪੰਦਰਵਾੜੇ ਦੇ ਸਮਾਗਮ ਚੱਲ ਰਹੇ ਨੇ, ਆਪੋ ਆਪਣੇ ਘਰਾਂ ਦੇ ਵਿੱਚ ਉਹਨਾਂ ਸਾਹਿਬਜ਼ਾਦਿਆਂ ਦੀਆਂ ਅਦੁੱਤੀਆਂ ਸ਼ਹਾਦਤਾਂ ਨੂੰ ਯਾਦ ਕਰਦਿਆਂ ਹੋਇਆਂ ਨਾਮ ਸਿਮਰਨ ਬਾਣੀ ਅਭਿਆਸ ਕਰਨਾ ਕਰੋ ਔਰ ਉਹਨਾਂ ਸਮੂਹ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਸਾਨੂੰ ਬਾਬਾ ਜੀ ਨੇ, ਬਾਬਾ ਗੁਰਮੀਤ ਸਿੰਘ ਜੀ ਨੇ ਜਿਹੜੀ ਸਾਰੀ ਇਤਿਹਾਸ ਬਾਰੇ ਜਾਣੂ ਕਰਵਾਇਆ ਅਤੇ ਤੁਹਾਨੂੰ ਜਿਹੜਾ ਹੁਣ ਚੱਲਣ ਵਾਲਾ ਨਗਰ ਕੀਰਤਨ ਹੈ, ਅਸੀਂ ਉਹਨਾਂ ਦੇ ਦਰਸ਼ਨ ਕਰਵਾਵਾਂਗੇ। ਕਿਹੜੇ ਪੰਡੇ 'ਤੇ ਗੁਰੂ ਜੀ ਦੇ ਜਿਹੜੇ ਮਾਤਾ ਜੀ ਅਤੇ ਉਹਨਾਂ ਦੇ ਲਾਲ ਜਿਹੜੇ ਜਾ ਰਹੇ ਸੀ। ਆਪਾਂ ਤੁਹਾਨੂੰ ਜਿੰਨੇ ਪਿੰਡ ਆਉਂਦੇ ਆ ਉਹ ਸੱਸਾ ਦਾ ਜਿਹੜਾ ਵਾਹਨ ਸੀ ਉਹ ਵੀ ਦਿਖਾਵਾਂਗੇ ਅਤੇ ਕਿੱਥੇ ਜਿਹੜਾ ਇਹ ਨਗਰ ਕੀਰਤਨ ਪਹੁੰਚਦਾ ਹੈ ਉਹਨਾਂ ਦੇ ਵੀ ਦਰਸ਼ਨ ਕਰਾਂਗੇ। ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਪਰਿਵਾਰ ਵਿਛੋੜੇ ਤੋਂ ਅੰਮ੍ਰਿਤ ਵੇਲੇ ਦੇ ਜਿਹੜੇ ਮਾਤਾ ਜੀ ਦੇ ਵਿਛੋੜੇ ਦਾ ਜਿਹੜਾ ਸਫ਼ਰ ਸੀ, ਅੱਜ ਉਹ ਨਗਰ ਕੀਰਤਨ ਪਰਿਵਾਰ ਵਿਛੋੜੇ ਤੋਂ ਕੁਮਾ ਮਾਚਕੀ ਵੱਲ ਜਾ ਰਿਹਾ ਅਤੇ ਰਸਤੇ ਵਿੱਚ ਪਹਿਲਾ ਪਿੰਡ ਜਿਹੜਾ ਮੱਝਦੀ ਪੈਂਦਾ ਹੈ। ਇੱਥੇ ਤੁਸੀਂ ਦੇਖ ਰਹੇ ਹੋ ਸੰਗਤਾਂ ਜਿਹੜੀਆਂ ਉਹਨਾਂ ਦੇ ਨਗਰ ਕੀਰਤਨ ਦੇ ਸਵਾਗਤ ਵਾਸਤੇ ਖੜੀਆਂ ਨੇ ਅਤੇ ਸਾਡੇ ਵਿੱਚ ਉਹਨਾਂ ਦੀ ਪਵਿੱਤਰ ਸੰਗਤ ਵੀ ਜਿਹੜੀ ਖੜੀ ਹੈ। ਆਪਾਂ ਉਹਨਾਂ ਨਾਲ ਗੱਲ ਕਰਾਂਗੇ। ਬਾਬਾ ਜੀ, ਜਿਹੜਾ ਤੁਸੀਂ ਇਹ ਨਗਰ ਕੀਰਤਨ ਆਉਂਦਾ ਕਿੰਨੇ ਕੁ ਸਾਲ ਤੋਂ ਆਉਂਦਾ ਜੀ? ਤੁਸੀਂ ਉਹਦੇ ਬਾਰੇ ਕੀ ਉਪਰਾਲਾ ਕਰਦੇ? ਇਹ ਨਗਰ ਕੀਰਤਨ ਘੱਟੋ ਘੱਟ ਜੀ 15 ਸਾਲ ਤੋਂ ਆ ਰਿਹਾ ਜੀ। ਠੀਕ ਹੈ ਜੀ। ਵੀ ਇਸ ਵੇਲੇ ਜਿਹੜਾ ਪਰਿਵਾਰ ਛੋਟੇ ਤੋਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਇਸ ਸਾਸਾ ਨਦੀ ਦੇ ਕੰਢੇ 'ਤੇ ਜਾ ਕੇ ਕੁਮਾ ਮਾਸ਼ਕੀ ਦੀ ਝੁੰਗੀ ਤੱਕ ਪਹੁੰਚੇ ਜੀ। ਉਹਨਾਂ ਦੀ ਤਾਜ਼ਾ ਯਾਦ ਨੂੰ ਰੱਖਦੇ ਹੋਏ, ਤਾਜ਼ਾ ਕਰਾਉਂਦੇ ਹੋਏ
ਇਹ ਨਗਰ ਪਿੰਡ ਮਾਜਰੀ, ਪਿੰਡ ਆਸਪਰ, ਪਿੰਡ ਕੋਟਾਂ, ਬਾਲਾਕੋਟ, ਅਵਾਨਕੋਟ, ਇਹ ਸਾਰੇ ਨਗਰਾਂ ਨਾਲ ਇਕੱਤਰ ਹੋ ਕੇ ਉਹਨਾਂ ਦੀ ਤਾਜ਼ਾ ਯਾਦ ਨੂੰ ਕਰਦੇ ਹੋਏ ਇਹ ਨਗਰ ਕੀਰਤਨ ਕੱਢਣਾ ਸ਼ੁਰੂ ਕੀਤਾ, ਜੋ ਕਿ ਹੁਣ ਪਰਿਵਾਰ ਵਿਛੋੜੇ ਸਾਹਿਬ ਤੋਂ ਚੱਲ ਪਿਆ ਤੇ ਇਸ ਮਾਜਰੀ ਪਿੰਡ ਗੁੱਜਰਾਂ ਵੇਲੇ ਪਹੁੰਚਣਾ ਹੈ। ਉਹਨਾਂ ਨੂੰ ਉਹਨਾਂ ਦੀ ਸਵਾਗਤ ਵਾਸਤੇ ਸਾਡੀ ਪਿੰਡ ਮਾਜਰੀ ਦੀ ਸੰਗਤ ਖੜੀ ਹੈ ਤਾਂ ਕਿ ਉਹਨਾਂ ਦਾ ਸਤਿਕਾਰ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। दीन दयाल भरोसे मेरे, दीन दयाल भरोसे मेरे, सब करवा। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਪਰਿਵਾਰ ਵਿਛੋੜੇ ਤੋਂ ਕੁੰਮਾ ਮਾਸ਼ਕੀ ਵਾਸਤੇ ਨਗਰ ਕੀਰਤਨ ਜਾਣ ਰਿਹਾ ਹੈ ਤੇ ਕੋਟਵਾਲਾ ਵਿੱਚ ਜਿਹੜਾ ਨਗਰ ਕੀਰਤਨ ਪਹੁੰਚਿਆ ਤੇ ਸਾਡੇ ਵਿੱਚ ਸਰਪੰਚ ਸਾਹਿਬ ਹੈ ਤੇ ਪੰਚਾਇਤ ਇਹਨਾਂ ਦੀ ਤੇ ਸਾਡੇ ਸਰਪੰਚ ਆ, ਆਪਾਂ ਉਹਨਾਂ ਨਾਲ ਗੱਲ ਕਰਾਂਗੇ। ਧੰਨਵਾਦ। ਅਸੀਂ ਬਹੁਤ ਭਾਗਾਂ ਵਾਲੇ ਜਿਹੜਾ ਨਗਰ ਕੀਰਤਨ ਹੈ ਪਰਿਵਾਰ ਵਿਛੋੜਾ ਸਾਹਿਬ ਤੋਂ ਚੱਲ ਕੇ ਕੁੰਮਾ ਮਾਸਕੀ ਤੱਕ ਸਾਡੇ ਪਿੰਡਾਂ ਦੇ ਵਿੱਚ ਹੋ ਕੇ ਜਾ ਰਿਹਾ ਜੀ। ਇਹ ਕਈ ਸਾਲਾਂ ਤੋਂ ਸਾਡੇ ਇਲਾਕੇ ਦੀਆਂ ਸੰਗਤਾਂ ਦਾ ਬਹੁਤ ਬੜਾ ਉਪਰਾਲਾ ਹੈ ਜੀ। ਅਸੀਂ ਬਹੁਤ ਭਾਗਾਂ ਵਾਲੇ ਆ ਜਿਹੜੇ ਇਹਦੇ ਵਿੱਚ ਅਸੀਂ ਸ਼ਾਮਲ ਹੋਏ ਆ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸਾਰੀ ਸੰਗਤ ਦਾ, ਮਹਾਰਾਜ ਦਾ, ਜਿਨ੍ਹਾਂ ਨੇ ਸਾਨੂੰ ਇਹ ਦਿਨ ਅੱਜ ਬਖਸ਼ਿਆ ਭਾਗਾਂ ਵਾਲਾ। ਵਾਹਿਗੁਰੂ ਜੀ। जिस मर्द सूरमा जणिया नेकी दी खातर लड़दा रहा, माड़े दा हामी बणिया मजलूम दी इज्जत राखी लई ला सारा ही परवार गया। तन जिगरा कलगियां वाले दा पुत चार धर्म तो वार गया। सतराम दे बाग बगीचे जो बिन कदरा तो मुरझा गए सी, ले आया किरना नूर दिया फुल्लां दे जो बन छा गए सी। घर पहुंचे पीर फकीरां दे मेहनत नाल भरम निवार गया। धन जिगरा कलगियां वाले दा पुत चार धर्म तो वार गया। रहमत दियां नजरां पाइयां ने सब जातां ते सब वर्णां दे, जद तकिया जलवा शिव दत्त ने तरसीस तुर गया चरना ते। जद कीता याद फरीदम नूं मैणी दी गोद शिंगार गया। धन जिगरा कलगियां वाले दा पुत चार धर्म तो वार गया। जद चक्की तेग मुरंगे ने सा छतरियां दे सुक गए। पंडित छन सुनने मंदरां नूं जा विच पहाड़ी लुक गए। देसी पिता दा दिल्ली विच कर हिंदुआं दे उपकार गया। धन जिगरा कलगियां वाले दा पुत
ਪੁੱਤ ਚਾਰ ਧਰਮ ਤੋਂ ਪਾਰ ਗਿਆ। ਹੱਥ ਬਾਜ ਨਿਸ਼ਾਨੀ ਗੈਰਤ ਦੀ, ਲਾ ਕਲਗੀ ਤਖਤ ਸਜਾਉਂਦਾ ਰਿਹਾ। ਅਨੰਦਪੁਰ ਦੀ ਐਸੀ ਛਾਂ ਬਣੀ, ਇੰਦਰ ਵੀ ਸੀਸ ਝੁਕਾਉਂਦਾ ਰਿਹਾ। ਛਕ ਮੁਰਦੇ ਅੰਮ੍ਰਿਤ ਜੀ ਪੈਂਦੇ, ਕਿਦੜਾ ਤੋਂ ਛੇਰ ਵੰਗਾਰ ਗਿਆ। ਤਨ ਜਿਗਰਾ ਕਲਗੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਪਾਰ ਗਿਆ। ਪੁੱਤਰਾਂ ਦੀਆਂ ਲਾਸ਼ਾਂ ਲੰਘ ਲੰਘ ਕੇ, ਸੂਲਾਂ ਦੀਆਂ ਸੇਜਾਂ ਸੌਂਦਾ ਰਿਹਾ। ਵਿੱਚ ਜੰਗਲੀ ਛਾਵੇਂ ਤਾਰਿਆਂ ਦੀ, ਮਾਲਕ ਦੀਆਂ ਸਿਫਤਾਂ ਗਾਉਂਦਾ ਰਿਹਾ। ਪੱਥਰਾਂ ਦੇ ਜਿਗਰੇ ਡੋਲੇ ਸੀ, ਅੰਬਰ ਵੀ ਤਾਹਾ ਮਾਰ ਗਿਆ। ਤਨ ਜਿਗਰਾ ਕਲਗੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ। ਗੁਰਬਾਣੀ ਦੀ ਜੀਵਨ ਸ਼ਕਤੀ ਨੇ, ਲੱਖਾਂ ਨਾਲ ਇੱਕ ਲੜਾ ਦਿੱਤਾ ਸੀ। ਖਾਤਰ ਦੇਸ਼ ਆਜ਼ਾਦੀ ਲਈ, ਪੁੱਤਰਾਂ ਦਾ ਨਿਉਂਦਾ ਪਾ ਦਿੱਤਾ। ਜਦ ਵੇਖਿਆ ਡਿੱਗ ਅਜੀਤ ਪਿਆ, ਲਾ ਉਂਗਲ ਤੋੜ ਜੁਝਾਰ ਗਿਆ। ਤਨ ਜਿਗਰਾ ਕਲਗੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ। ਜਦ ਦਰਦ ਕਹਾਣੀ ਨਿੱਕਿਆਂ ਦੀ, ਰੋ ਰੋ ਕੇ ਦੱਸੀ ਨੂਰੇ ਨੇ, ਮੱਥੇ ਤੇ ਪਾਇਆ ਵੱਟ ਨਹੀਂ, ਉਸ ਮਾਂ ਗੁਜਰੀ ਦੇ ਸੂਰੇ ਨੇ। ਤੇ ਤੁਸੀਂ ਦੇਖ ਰਹੇ ਹੋ ਜੀ ਜਿਹੜਾ ਨਗਰ ਕੀਰਤਨ ਹੈ ਅਗਲੇ ਪੜਾਅ ਤੇ ਪਹੁੰਚ ਚੁੱਕਿਆ, ਜਿੱਥੇ ਕਿ ਪਿੰਡ ਵੱਲੋਂ ਕੇਲਿਆਂ ਦਾ ਤੇ ਗਜਰੇਲੇ ਦਾ ਜਿਹੜਾ ਸੇਵਾ ਸੰਗਤਾਂ ਵਾਸਤੇ ਜਿਹੜਾ ਲੰਗਰ ਲਾਇਆ ਗਿਆ। ਤੇ ਸਾਡੇ ਵਿੱਚ ਮੌਜੂਦ ਹੈ ਮੇਰੇ ਵੀਰ ਜੀ, ਤੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਜੀ ਧੰਨਵਾਦ ਕਰਦਾ ਜੀ ਆਪਣੇ ਜਿਹੜੇ ਲੋਕਲ ਨਗਰਾਂ ਦਾ, ਜਿਨ੍ਹਾਂ ਦਾ ਸਦਕੇ ਹਰ ਇੱਕ ਸਾਲ ਇਹ ਆਪਣਾ ਨਗਰ ਕੀਰਤਨ ਜਿਹੜਾ ਵਿਛੋੜਾ ਸਾਹਿਬ ਗੁਰਦੁਆਰਾ ਤੋਂ ਚੱਲਦੇ ਹੋਇਆ ਕੋਟਵਾਲਾ, ਮਾਜਰੀ, ਗੁਜਰਾਂ, ਆਸਪੁਰ ਤੇ ਰਣਜੀਤਪੁਰਾ ਹੋ ਕੇ ਕੰਮਾ ਮਾਸਤੀ ਜਾਂਦਾ ਹੈ। ਤੇ ਗੁਰੂ ਸਾਹਿਬ ਦੇ ਪਰਿਵਾਰ ਵੱਲੋਂ ਦਿੱਤੀਆਂ ਹੋਈਆਂ ਕੁਰਬਾਨੀਆਂ ਨੂੰ ਮੁੱਖ ਰੱਖਦਿਆਂ ਹੋਇਆ ਇਹ ਨਗਰ ਕੀਰਤਨ ਅਸੀਂ ਹਰ ਇੱਕ ਸਾਲ ਕੱਢਦੇ ਆ। ਤੇ ਇਹਨਾਂ ਵਿੱਚੋਂ ਬਹੁਤ ਧੰਨਵਾਦ ਆਪਣੇ ਨੌਜਵਾਨ ਵੀਰਾਂ ਦਾ, ਜਿਹੜੇ ਕਿ ਰਸਤੇ ਵਿੱਚ ਆਈਆਂ ਸੰਗਤਾਂ ਲਈ ਕੜਾਹ ਪ੍ਰਸ਼ਾਦ, ਆਪਣਾ ਗਜਰੇਲਾ, ਜੋ ਵੀ ਹੈਗਾ ਪ੍ਰਸ਼ਾਦ ਦਾ ਲੰਗਰ ਹਮੇਸ਼ਾ ਲਗਾਉਂਦੇ ਆ। ਤੇ ਨਾਲ ਹੀ ਹਰ ਇੱਕ ਸਾਲ ਪਹਿਲੇ ਇਸ ਰਸਤੇ ਦਾ ਖਾਸ ਪ੍ਰਬੰਧ ਕਰਦੇ ਆ, ਜੋ ਕਿ ਸਰਸਾ ਨਦੀ ਵਿੱਚ ਖਰਾਬ ਹੋ ਜਾਂਦਾ ਹੈ, ਤੇ ਰਸਤੇ ਦਾ ਖਾਸ ਪ੍ਰਬੰਧ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖਿਆ ਪਿੱਛੇ ਤੋਂ ਲੰਬਾ ਪਿੰਡ ਤੋਂ ਜਿਹੜਾ ਨਗਰ ਕੀਰਤਨ ਆ ਰਿਹਾ, ਉਹਦੇ ਵਿੱਚ ਜਿਵੇਂ ਕਿ ਕੇਲੇ ਵਗੈਰੇ ਦੇ, ਗਜਰੇਲਾ ਵਗੈਰਾ ਦਾ ਲੰਗਰ ਲਾਇਆ ਹੋਇਆ। ਤੇ ਸਾਡੇ ਵਿੱਚ ਜਿਹੜੀ ਭੈਣਾਂ ਜਿਹੜੀਆਂ ਖੜੀਆਂ ਹੈ, ਉਹਦੇ ਵਿੱਚ ਤੁਸੀਂ ਦੇਖ ਰਹੇ ਹੋ ਜੀ ਜਿਹੜਾ ਬਿਸਕੁਟ ਦਾ ਜਿਹੜਾ ਲੰਗਰ ਹੈ ਇਹਨਾਂ ਵੱਲੋਂ ਲਗਾਇਆ ਗਿਆ ਆਸਪੁਰ ਪਿੰਡ ਵੱਲ। ਪਿੰਡ ਆਸਪੁਰ ਵਿੱਚ ਨਗਰ ਕੀਰਤਨ ਪਹੁੰਚ ਗਿਆ, ਤੇ ਜਿੱਥੇ ਤੁਸੀਂ ਦੇਖ ਰਹੇ ਹੋ ਜੀ ਸੰਗਤਾਂ ਵਾਸਤੇ ਸਮੋਸੇ ਤੇ ਹੋਰ ਪੈਕਟ ਜਿਹੜੇ ਕਵਰ ਕਰ ਚੁੱਕੇ ਹੈ, ਤੇ ਲੱਡੂ ਵਗੈਰਾ। ਜਿੱਥੇ ਪੁਲਿਸ ਪ੍ਰਸ਼ਾਸਨ ਹੈ, ਕਹਿੰਦੇ ਨੇ ਪੁਲਿਸ ਪ੍ਰਸ਼ਾਸਨ ਹੈ ਜਿਹੜੀ ਲੋਕਾਂ ਦੀ ਸੇਵਾ ਵੀ ਕਰਦੀ ਹੈ, ਉੱਥੇ ਨਗਰ ਕੀਰਤਨ ਵਾਸਤੇ ਵੀ ਉਹਨਾਂ ਦਾ ਜਿਹੜਾ ਲੱਕੀ ਮੇਰਾ ਵੀਰ ਆਸਪੁਰ ਪਿੰਡ ਤੋਂ ਪੁਲਿਸ ਡਿਪਾਰਟਮੈਂਟ ਤੋਂ ਹੈ, ਉਹ ਵੀ ਹੈਗੇ ਹੈ। ਔਰ ਹਰ ਸਾਲ ਦੀ ਤਰ੍ਹਾਂ ਅੱਜ ਵੀ ਉਹਨਾਂ ਵੱਲੋਂ ਜਿਹੜਾ ਲੰਗਰ ਲਗਾਇਆ ਗਿਆ ਹੈ।
ਆਸਪੁਰ ਪਿੰਡ ਵਿੱਚ ਜਿੱਥੇ ਭਰਮਾ ਜਿਹੜਾ ਸੰਗਤਾਂ ਦੇ ਲੰਗਰ ਲਗਾਏ ਗਏ ਨੇ, ਉੱਥੇ ਇੱਕ ਹੋਰ ਸਾਨੂੰ ਮੇਰੇ ਵੀਰ ਹੈ ਜਿਹੜੇ ਨੌਜਵਾਨ ਹੈ ਔਰ ਸਾਡੀ ਜਿਹੜੀ ਭੈਣਾਂ ਹੈ ਉਹ ਸਾਡੇ ਵਿੱਚ ਮੌਜੂਦ ਹੈ ਤੇ ਉਹਨਾਂ ਵੱਲੋਂ ਵੀ ਜਿਹੜਾ ਸੰਗਤਾਂ ਵਾਸਤੇ ਕਾਫੀ ਉਪਰਾਲੇ ਕਰਨ ਦੇ ਬਾਅਦ ਜਿਹੜੀਆਂ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਸੇਵਾ ਵਿੱਚ ਤਤਪਰ ਹੈ ਤੇ ਆਸਪੁਰ ਪਿੰਡ ਵਿੱਚੋਂ ਕਾਫੀ ਜਿਹੜਾ ਸੰਗਤਾਂ ਨੂੰ ਉਤਸ਼ਾਹ ਮਿਲਣੇ ਵਿੱਚ ਦੇਖਣ ਵਿੱਚ ਮਿਲਨੇ ਆ। ਤੁਸੀਂ ਦੇਖ ਲਓ ਜੀ ਜਿਹੜਾ ਨਗਰ ਕੀਰਤਨ ਹੈ ਅਗਲੇ ਪੜਾਅ ਤੇ ਪਹੁੰਚ ਚੁੱਕਿਆ ਤੇ ਸਾਡੇ ਨਾਲ ਛੋਟੇ ਛੋਟੇ ਬੱਚੇ ਆ ਜਿਹੜੇ ਅੱਜ ਬੱਚੇ ਤੁਸੀਂ ਨਗਰ ਕੀਰਤਨ ਵਾਸਤੇ ਕੀ ਦੇ ਰਹੇ ਹੋ? ਬਿਸਕੁਟ ਦੇ ਰਹੇ ਹੋ। ਹਾਂਜੀ। ਤੇ ਤੁਸੀਂ ਕਿੰਨੇ ਕੁ ਸਾਲ ਤੋਂ ਇਹ ਨਗਰ ਕੀਰਤਨ ਦੇਖ ਰਹੇ ਹੋ? ਬਥੇਰੇ ਸਾਲਾਂ ਤੋਂ ਦੇਖ ਰਹੀ। ਤੇ ਤੁਸੀਂ ਇਹ ਨਗਰ ਕੀਰਤਨ ਦੇਖਦੇ ਆ ਤਾਂ ਤੁਹਾਨੂੰ ਕਿਆ ਮਹਿਸੂਸ ਹੁੰਦਾ ਹੈ ਵੀ ਜਿਹੜੇ ਛੋਟੇ ਬੱਚੇ ਸੀ ਆਪਣੇ ਇਹਨਾਂ ਰਸਤਿਆਂ ਤੇ ਗਏ ਉਹਨਾਂ ਜਦੋਂ ਤੱਕ ਕਿੰਨੀ ਠੰਡ ਹੋਏਗੀ? ਬਹੁਤ ਠੰਡ ਸੀ। ਬਹੁਤ ਠੰਡ ਹੋਏਗੀ। ਹਾਂਜੀ। ਤੇ ਤੁਸੀਂ ਉਹਨਾਂ ਦੇ ਚਾਲੇ ਤੇ ਕਿਤੇ ਸਰਦਾਰੀ ਨੂੰ ਕਾਇਮ ਰੱਖਦੇ ਹੋ? ਹਾਂਜੀ। ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ, ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲੋ ਹਾਲ ਜੀ। ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ, ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲੋ ਹਾਲ ਜੀ। ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ। ਰਾਤ ਹਨੇਰੀ ਬਿਜਲੀ ਲਿਸ਼ਕੇ ਰਾਹ ਜੰਗਲਾਂ ਦੇ ਪੈ ਗਏ ਨੇ। ਰਾਤ ਹਨੇਰੀ ਬਿਜਲੀ ਲਿਸ਼ਕੇ ਰਾਹ ਜੰਗਲਾਂ ਦੇ ਪੈ ਗਏ ਨੇ। ਰੇਸ਼ਮ ਨਾਲੋਂ ਸੋਹਲ ਸਰੀਰ ਨੂੰ ਦੁਖੜੇ ਸਹਿਣੇ ਪੈ ਗਏ ਨੇ। ਛੋਟੀ ਉਮਰ ਦੇ ਦੋਨੋਂ ਬਾਲ ਜੀ, ਮਾਤਾ ਗੁਜਰੀ ਉਹਨਾਂ ਦੇ ਨਾਲ ਜੀ, ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲੋ ਹਾਲ ਜੀ। ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸਾਡੇ ਪਿੱਛੇ ਦੇਖ ਰਹੇ ਹੋ ਤੇ ਉਹ ਸਰਸਾ ਹੈਗਾ ਇਹ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਪਰਿਵਾਰ ਸੀ ਉਹ ਖੇਰੂ ਹੋ ਗਿਆ ਸੀ ਤੇ ਮਾਤਾ ਜੀ ਛੋਟੇ ਸਾਹਿਬਜ਼ਾਦੇ 3 ਹਿੱਸਿਆਂ ਵਿੱਚ ਜਿਹੜੇ ਵੰਡ ਗਏ ਸੀ। ਇਹ ਉਹ ਪੈੜਾ ਸਰਸਾ ਹੈ ਜਿਹਦੇ ਵਿੱਚੋਂ ਮਾਤਾ ਗੁਜਰ ਕੌਰ ਜੀ ਔਰ ਛੋਟੇ ਸਾਹਿਬਜ਼ਾਦੇ ਤੁਸੀਂ ਦੇਖੋ ਅੰਮ੍ਰਿਤ ਵੇਲੇ ਚੱਲੇ ਹੋਣਗੇ। ਇਹਨਾਂ ਦੇ ਉਸ ਟਾਈਮ ਜੰਗਲ ਬਿਆਵਾਨ ਹੋਏਗਾ, ਉਹਨਾਂ ਦੇ ਵਿੱਚ ਕਿਵੇਂ ਇਹ ਸਰਸਾ ਹੱਡ ਚੀਰ ਦੀ ਠੰਡ ਜਿਵੇਂ ਕਿ ਛੋਟੇ ਸਾਹਿਬਜ਼ਾਦੇ ਔਰ ਮਾਤਾ ਜੀ ਸਨ ਉਹਨਾਂ ਵਿੱਚ ਇਹ ਉਦੋਂ ਦਾ ਜਿਹੜਾ ਆਪਾਂ ਦਿਮਾਗ ਵਿੱਚ ਸੀਨ ਲੈ ਕੇ ਆਈਏ ਉਹ ਸੀਨ ਬਹੁਤ ਭਿਆਨਕ ਸ਼ੋਅ ਹੁੰਦਾ ਹੈ ਤੇ ਅੱਜ ਵੀ ਇੰਨੇ ਸਦੀਆਂ ਬੀਤਣ ਤੋਂ ਬਾਅਦ ਵੀ ਇਹ ਸਰਦ ਉਵੇਂ ਦਾ ਹੀ ਹੈ ਔਰ ਇਸ ਟਾਈਮ ਜਿਹੜਾ ਨਗਰ ਕੀਰਤਨ ਉਹਨਾਂ ਨੂੰ ਸਮਰਪਿਤ ਹੈਗਾ। ਸ਼ਹਾਦੇ ਸਫ਼ਰ ਦਾ ਜਿਹੜਾ ਸ਼ੋਅ ਹੋ ਰਿਹਾ ਸੀ ਉਹਦੇ ਵਿੱਚ ਅੱਜ ਉਹੀ ਇੱਕ ਨਗਰ ਕੀਰਤਨ ਦੇ ਰੂਪ ਵਿੱਚ ਅੱਜ ਤੁਸੀਂ ਸਾਨੂੰ ਅਸੀਂ ਦਿਖਾਵਾਂਗੇ ਜਿਸ ਸਟਾਰਟਿੰਗ ਦੇ ਮਾਧਿਅਮ ਦੇ ਕਿ ਤੁਸੀਂ ਇਸ ਨੂੰ ਦੁਬਾਰੇ ਉਹਨਾਂ ਹੀ ਸਾਹਿਬਜ਼ਾਦੇ ਦੇ ਮਾਤਾ ਜੀ ਨੂੰ ਸੋਚਦੇ ਹੋਏ ਕਿਵੇਂ ਉਹ ਇਸ ਠੰਡੇ ਪਾਣੀ ਦੇ ਵਿੱਚੋਂ ਨਿਕਲ ਗਏ ਹੋਣਗੇ। ਤੇ ਇਸ ਟਾਈਮ ਤੁਸੀਂ ਦੇਖ ਰਹੇ ਹੋ ਇਹ ਨਗਰ ਕੀਰਤਨ ਬਹੁਤ ਹੀ ਵਿਸ਼ਾਲ ਰੂਪ ਵਿੱਚ ਕਾਫੀ ਸਾਲਾਂ ਤੋਂ ਇੱਥੋਂ ਪੈਦਲ ਚੱਲ ਕੇ ਆਂਦਾ ਹੈ ਤੇ ਇਹ ਰਸਤਾ ਵੀ ਜਿਹੜਾ ਹੈਗਾ ਹੈ ਕਈ ਦਿਨਾਂ ਤੋਂ ਟਰੈਕਟਰਾਂ ਵਾਲੇ ਵੀਰਾਂ ਨੇ ਇਹਨਾਂ ਦੀ ਕਾਫੀ ਮੁਸ਼ੱਕਤ ਜਿਹੜੀ ਮਿਹਨਤ ਦੇ ਬਾਵਜੂਦ ਇਹ ਰਸਤਾ ਬਣਾਇਆ ਗਿਆ ਹੈ ਤੇ ਤੁਸੀਂ ਇਹ ਪਹਿਲਾਂ ਉਮੀਦ ਕਰ ਸਕਦੇ ਹੋ ਕਿ ਇਹ ਰਸਤਾ ਕਿੰਨਾ ਭਿਆਨਕ ਹੋਏਗਾ ਤੇ ਸਰਸਾ ਇਸ ਟਾਈਮ ਬਹੁਤ
ਭਾਰੀ ਹੈਗਾ ਰਸਤਾ ਠੀਕ ਕਰਨ ਦੇ ਬਾਵਜੂਦ ਵੀ, ਲੇਕਿਨ ਤੁਸੀਂ ਪਹਿਲਾਂ ਦੇਖੋਗੇ ਇਹਦੇ ਬਹੁਤ ਜਿਹੜਾ ਵਿਸ਼ਾਲ ਰੂਪ ਵਿੱਚ ਹੋਏਗਾ। ਤੇ ਇਸ ਟਾਈਮ ਤੁਹਾਨੂੰ ਇਹ ਲਾਈਵ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਤੇ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਉਸੇ ਟਾਈਮ ਦੀਆਂ ਤਸਵੀਰਾਂ ਜਿਵੇਂ ਕਿ ਪਹਿਲਾਂ ਮਾਤਾ ਜੀ ਲੰਘਦੇ ਸੀ ਉਸ ਟਾਈਮ ਹੀ ਤਾਂ ਲੰਘ ਰਹੇ ਆ। ਕੈਮਰਾਮੈਨ ਗੁਰਜੀਤ ਸਿੰਘ ਦੇ ਨਾਲ ਜੀ ਸਟਾਰ ਟੀਮ ਦੇ ਨਾਲ ਕਿਰਪਾਲ ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਅਪਾਰ ਕਿਰਪਾ ਦੇ ਨਾਲ ਜੋ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ 6-7 ਪੋਹ ਦੀ ਵਿਚਕਾਰਲੀ ਰਾਤ ਨੂੰ 1704 ਵਿੱਚ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਨੂੰ ਛੱਡਿਆ ਸੀ। ਸਰਸੇ ਦੇ ਕਿਨਾਰੇ ਤੇ ਆ ਕੇ ਅੰਮ੍ਰਿਤ ਵੇਲੇ ਦੀ ਸੰਭਾਲ ਤੋਂ ਬਾਅਦ ਸਤਿਗੁਰੂ ਨੇ ਸਰਸਾ ਪਾਰ ਕੀਤਾ ਤੇ ਸਰਸਾ ਪਾਰ ਕਰਦਿਆਂ ਪਰਿਵਾਰ ਜਿਹੜਾ ਹੈ ਉਹ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਔਰ ਉਸ 3 ਹਿੱਸਿਆਂ ਵਿੱਚੋਂ ਜਿਹੜਾ ਤੀਜਾ ਹਿੱਸਾ ਸੀ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਉਹ ਪਰਿਵਾਰ ਵਿਛੋੜਾ ਸਾਹਿਬ ਤੋਂ ਜਿਸ ਰਾਹ ਤੋਂ ਅੱਜ ਸਫਰੇ ਸ਼ਹਾਦਤ ਪੈਦਲ ਯਾਤਰਾ ਚੱਲ ਰਹੀ ਹੈ ਇਸ ਰਾਹ ਤੋਂ ਆਉਂਦਿਆਂ ਹੋਇਆਂ ਕੁੰਮੇ ਮਾਸ਼ਕੀ ਜੀ ਦੀ ਛੰਨ ਵਿੱਚ ਪਹੁੰਚੇ ਸਨ। ਆ ਤੁਸੀਂ ਵੇਖ ਰਹੇ ਹੋ ਇਹ ਉਹ ਸਰਸਾ ਹੈ ਜਿਸ ਸਰਸੇ ਨੂੰ ਪਾਰ ਸਤਿਗੁਰੂ ਨੇ ਕੀਤਾ, ਜਿਸ ਸਰਸੇ ਦੇ ਵਿੱਚੋਂ ਗੁਰੂ ਦਾ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ ਤੇ ਅੱਜ ਉਹ ਤੀਜਾ ਹਿੱਸਾ ਜੋ ਮਾਂ ਗੁਜਰ ਕੌਰ ਜੀ ਛੋਟੇ ਸਾਹਿਬਜ਼ਾਦਿਆਂ ਦਾ ਸੀ ਉਸ ਯਾਤਰਾ ਵਿੱਚ ਆਪਾਂ ਅੱਜ ਸਾਰੇ ਸ਼ਾਮਲ ਹੋ ਰਹੇ ਹੋ। ਤੁਸੀਂ ਵੇਖ ਰਹੇ ਹੋ ਕਿੰਨੀ ਗਿਣਤੀ ਵਿੱਚ ਅੱਜ ਜਿਹੜੀਆਂ ਸੰਗਤਾਂ ਹੈ ਉਹ ਸਰਸਾ ਪਾਰ ਕਰਕੇ ਕੁੰਮੇ ਮਾਸ਼ਕੀ ਦੀ ਛੰਨ ਵਿੱਚ ਜਾ ਰਹੀਆਂ। ਦਾਸ ਵੱਲੋਂ ਸਮੁੱਚੀ ਸਿੱਖ ਕੌਮ ਨੂੰ ਜਿਹੜਾ ਹੈ ਇੱਕ ਸੱਦਾ ਹੈ ਕਿ ਆਓ ਇਹਨਾਂ ਪੋਹ ਦੇ ਦਿਨਾਂ ਵਿੱਚ ਜਿੱਥੇ ਅਸੀਂ ਗੁਰੂ ਸਾਹਿਬਾਨ ਨੂੰ ਚੇਤੇ ਕਰ ਰਹੇ ਹਾਂ ਉੱਥੇ ਗੁਰੂ ਸਾਹਿਬਾਨ ਦੇ ਦਸਾਏ ਹੋਏ ਮਾਰਗ ਤੇ ਚੱਲੀਏ। ਗੁਰੂ ਨੇ ਸਾਡੇ ਚੋਂ ਅਜੀਤ ਜੁਝਾਰ ਜੋਰਾਵਰ ਫਤਿਹ ਸਿੰਘ ਨੂੰ ਵੇਖਿਆ ਸੀ। ਆਓ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਅਸੀਂ ਪੁੱਤਰ ਬਣੀਏ ਤੇ ਸਤਿਗੁਰੂ ਤਾਂ ਕਹਿ ਕੇ ਵੀ ਗਏ ਨੇ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਆਓ ਉਹਨਾਂ ਹਜ਼ਾਰਾਂ 'ਚ ਸ਼ਾਮਲ ਹੋ ਕੇ ਗੁਰੂ ਦੇ ਪੁੱਤਰ ਬਣੀਏ। ਔਰ ਇਹ ਯਾਤਰਾ ਜਿਹੜੀ ਹੈ ਲਗਭਗ 3 ਸਾਲ ਤੋਂ ਲਗਾਤਾਰ ਜਿਹੜੀ ਹੈ ਇਹ ਯਾਤਰਾ ਚੱਲ ਰਹੀ ਹੈ। ਆਓ ਹਰ ਸਾਲ ਇਸ ਯਾਤਰਾ ਦੇ ਵਿੱਚ 7 ਪੋਹ ਵਾਲੇ ਦਿਨ ਸ਼ਾਮਲ ਹੋ ਕੇ ਲਾਹੇ ਪ੍ਰਾਪਤ ਕਰੋ ਜੀ। ਆ ਵੀਰ ਘਨੌਲੀ ਟੀਵੀ ਤੋਂ ਜੋ ਪਹੁੰਚੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਉਹ ਸਾਰੀ ਕਵਰੇਜ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਜਿਵੇਂ ਤੁਸੀਂ ਤੁਹਾਨੂੰ ਅਸੀਂ ਰਸਤਾ ਦਿਖਾਇਆ ਕਿੰਨਾ ਖਤਰਨਾਕ ਰਸਤਾ ਸੀ ਤੇ ਆਸਪੁਰ ਪਿੰਡ ਤੋਂ ਮੇਰੇ ਵੀਰ ਨੌਜਵਾਨ ਸਾਡੇ ਨਾਲ ਹੈ ਤੇ ਅਸੀਂ ਵੀਰ ਜੀ ਉਹਨਾਂ ਨਾਲ ਗੱਲ ਕਰਾਂਗੇ। ਵੀਰ ਜੀ ਜਿਹੜਾ ਤੁਸੀਂ ਇਹ ਰਸਤਾ ਸੀ ਇਹ ਬਹੁਤ ਪੁਰਾਣਾ ਜਿਹੜਾ ਰਸਤਾ ਸੀ ਔਰ ਬਹੁਤ ਖਰਾਬ ਸੀ, ਤੁਹਾਨੂੰ ਇਹ ਠੀਕ ਕਰਨ ਵਾਸਤੇ ਕਿੰਨੇ ਕੁ ਟਾਈਮ ਲੱਗਿਆ ਔਰ ਕਿੰਨੇ ਬੰਦੇ ਤੁਹਾਡੇ ਲੱਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਵੀਰ ਜੀ ਰਸਤੇ ਨੂੰ ਸਾਨੂੰ ਤਕਰੀਬਨ 3 ਦਿਨ ਲੱਗੇ ਆ ਜੀ। ਠੀਕ ਹੈ ਜੀ। ਪਿੰਡ ਰਣਜੀਤਪੁਰਾ, ਆਸਪੁਰ ਕੋਟਾ, ਜਿਹੜਾ ਵੀ ਇਲਾਕੇ ਨਾਲ ਲੱਗਦੇ ਇਲਾਕੇ ਦੇ ਸੰਗਤਾਂ ਸੀਗੀਆਂ ਉਹਨਾਂ ਵੱਧ ਚੜ੍ਹ ਕੇ ਸਾਡਾ ਸਹਿਯੋਗ ਦਿੱਤਾ। ਤੇ ਕਿੰਨੇ ਕੁ ਟਰੈਕਟਰ ਲੱਗੇ ਸੀ ਤੇ ਕਿੰਨੇ ਕੁ ਤੁਹਾਡੇ ਸੇਵਾਦਾਰ ਲੱਗੇ ਸੀ? ਤੇ 50 ਕੁ ਸੇਵਾਦਾਰ ਸੀਗੇ ਜੀ ਤੇ 15-18 ਟਰੈਕਟਰ ਸੀਗੇ ਜੀ। ਹਾਂਜੀ, ਤੇ ਤੁਸੀਂ ਦੇਖ ਰਹੇ ਹੋ ਤੇ ਇਹਨਾਂ ਨੇ ਵੀਰ ਉਹਨਾਂ ਨੇ ਦੱਸਿਆ ਜੀ 15-20 ਬੰਦੇ ਤੇ ਕਾਫੀ ਟਰੈਕਟਰ ਲੱਗੇ ਹੋਏ ਸੀ ਤੇ ਉਹਨਾਂ ਦੇ ਮੁਸ਼ੱਕਤ ਦੇ ਨਾਲ ਇਹਨਾਂ ਨੇ ਜਿਹੜਾ ਇਹ ਰਸਤਾ ਬਣਾ ਕੇ ਸੰਗਤਾਂ ਵਾਸਤੇ ਚਾਲੂ ਕੀਤਾ। ਵਾਟਾਂ ਲੱਗੀਆਂ ਤੇ ਰਸਤਾ ਪਹਾੜ ਦਾ, ਪਤਾ ਨਹੀਂ ਕਿੰਨੀਆਂ ਕੁ ਲੰਮੀਆਂ ਵਾਟਾਂ ਨੇ, ਰਸਤਾ ਤਾਂ ਕੋਈ ਹੈ ਨਹੀਂ। ਦੱਸ ਰਹੇ ਜਦੋਂ ਪਹਿਲੀ ਵਾਰੀ ਪਿਛਲੇ ਸਾਲ ਇਸ ਜਗ੍ਹਾ ਤੇ ਗਏ ਤਾਂ ਮੈਂ ਤਾਂ ਇੱਕ ਇਤਿਹਾਸ ਪੜ੍ਹ ਸੁਣ ਕੇ ਹੀ ਗੀਤ ਲਿਖਿਆ, ਪਰ ਜਦ ਮੈਂ ਉੱਥੇ ਜਾ ਕੇ ਦੇਖਿਆ ਤਾਂ ਵਾਕਿਆ ਹੀ ਅੱਜ ਵੀ ਉੱਥੇ ਕੋਈ ਰਸਤਾ ਕੋਈ ਵਧੀਆ ਨਹੀਂ। ਹਾਂਜੀ, ਤਾਂ ਤੁਸੀਂ ਦੇਖ ਰਹੇ ਹੋ ਜੀ ਜਿਹੜਾ ਨਗਰ ਕੀਰਤਨ ਹੈ ਪਿੰਡ ਰਣਜੀਤਪੁਰ ਵਿੱਚ ਪਹੁੰਚ ਚੁੱਕਾ ਹੈ ਜਿੱਥੇ ਸੰਗਤਾਂ ਫੁੱਲਾਂ ਦੀ ਵਰਸ਼ਾ ਨਾਲ ਸੰਗਤਾਂ ਦੀ ਜਿਹੜੀ ਹੈ ਆਮਦ ਵਿੱਚ ਖੁਸ਼ੀ ਮਹਿਸੂਸ ਕਰ ਰਹੇ ਹੈ। ਤੇ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤੁਹਾਨੂੰ ਦਿਖਾਈਏ ਛੋਟੇ ਛੋਟੇ ਬੱਚਿਆਂ ਦੇ ਹੱਥਾਂ ਵਿੱਚ ਫੁੱਲ ਤੁਸੀਂ ਦੇਖ ਰਹੇ ਹੋ। ਇਹ ਜਿਹੜੇ ਫੁੱਲ ਹੈ ਮਹਾਰਾਜ ਦੀ ਸਵਾਰੀ ਵਾਸਤੇ
ਦਿੱਤੇ ਜਾ ਰਹੇ ਆ ਆਂਦੀ ਆਉਣੀ ਸੰਗਤਾਂ ਵਾਸਤੇ। ਤੁਸੀਂ ਦੇਖੋ ਛੋਟੇ ਛੋਟੇ ਬੱਚਿਆਂ ਦੇ ਹੱਥਾਂ 'ਚ ਫੁੱਲ ਮਹਾਰਾਜ ਦੀ ਸਵਾਰੀ ਵਾਸਤੇ ਦੇ ਰਹੇ ਹੋ ਤੇ ਸਤਨਾਮ ਵਾਹਿਗੁਰੂ ਦਾ ਜਿਹੜਾ ਜਾਪ ਹੋ ਰਿਹਾ ਉਸ ਤੋਂ ਇਲਾਵਾ ਸੰਗਤਾਂ ਜਿਹੜੀਆਂ ਕਾਫੀ ਸੰਗਤਾਂ ਵਿੱਚ ਤਾਦਾਦ ਦੀ ਸੰਗਤਾਂ ਵਿੱਚ ਉਰੇ ਪਹੁੰਚ ਚੁੱਕੀ ਹੈ ਤੇ ਜਿਹੜਾ ਨਗਰ ਕੀਰਤਨ ਅਸੀਂ ਤੁਹਾਨੂੰ ਦਿਖਾਈਏ ਪਿੱਛੇ ਸਾਡੇ ਪਹੁੰਚ ਚੁੱਕਿਆ ਹੈ। ਤਕਰੀਬਨ ਕਾਫੀ ਲੰਬਾ ਪੈਂਡਾ ਤੈਅ ਕਰਨ ਦੇ ਬਾਵਜੂਦ ਸਰਸਾ ਨਦੀ ਦੇ ਪਾਰ ਕਰਨ ਤੋਂ ਬਾਅਦ ਉਰੇ ਪਹੁੰਚ ਚੁੱਕਿਆ ਹੈ ਤੇ ਠਾਠਾ ਮਾਰਦਾ ਨਗਰ ਕੀਰਤਨ ਇਸ ਟਾਈਮ ਮਨਜੀਤਪੁਰੇ ਪਿੰਡ ਵਿੱਚ ਪਹੁੰਚ ਚੁੱਕਿਆ ਕਿੰਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਕਟਾਏ ਕੋਟੀਆਂ ਲਹਾਈਆਂ ਚੌਕੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤੱਕ ਵਾਹਿਗੁਰੂ ਸਿੱਖਾਂ ਦਾ ਮਾਨੀਵਾ ਮਾਤ ਉੱਚੀ ਮਾਤ ਦਾ ਰੱਖਾ ਆਪ ਵਾਹਿਗੁਰੂ ਤੇ ਅਕਾਲ ਪੁਰਖ ਆਪਣੇ ਪੰਥ ਦੇ ਸਵਾ ਸਹਾਈ ਦਾ ਤਾਰ ਦਿਓ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਇਹ ਮਾਣਿਆਂ ਦੇ ਮਾਣ ਤੇ ਤਾਣਿਆਂ ਦੇ ਤਾਣ ਨਿਉਟਿਆਂ ਦੇ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀ ਨੇ ਅਵਤਾਰ ਬਖਸ਼ਿਸ਼ ਕੀਤੀ ਹੈ ਸਰਬੱਤ ਇਲਾਕੇ ਦੀਆਂ ਸੰਗਤਾਂ ਦੇ ਉੱਪਰ ਸੰਗਤਾਂ ਦੇ ਮਨਾਂ ਨੂੰ ਪ੍ਰੇਰ ਕੇ ਆਪ ਜੀਆਂ ਨੇ ਆਪਣੇ ਸੋਹਣੇ ਚਰਨਾਂ ਨਾਲ ਬੋਲਣਾ ਕੀਤਾ ਹੈ ਇਹ ਅਕਾਲ ਪੁਰਖ ਜੀਓ ਆਪ ਜੀ ਦਾ ਜੋ ਦਾਨ ਬਹੁਤ ਧੰਨਵਾਦ ਹੈ ਪੁਰਜਾ ਕਟ ਮਰੈ ਕਹੂ ਨਾ ਸਾਡੇ ਖੇਤ ਐਸੇ ਦੀਨ ਦਿਆਲੂ ਕਿਰਪਾਲੂ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਓ ਆਪ ਜੀ ਅੱਜ ਦੇ ਦਿਨ ਕਿਲਾ ਆਨੰਦਗੜ੍ਹ ਸਾਹਿਬ ਨੂੰ ਤਿਆਗ ਕੇ ਸਰਸਾ ਨਦੀ ਦੇ ਕਿਨਾਰੇ ਪਹੁੰਚੇ ਇਸ ਪਾਵਨ ਸਥਾਨ ਤੇ ਪਰਿਵਾਰ ਵਿਛੋੜਾ ਹੋਇਆ ਉਹਨਾਂ ਦੇ ਰਾਗਮਨੀ ਪਰਾਂ ਨੂੰ ਸਮੁੱਚੀਆਂ ਹੀ ਸੰਗਤਾਂ ਨੇ ਯਾਦ ਕਰਦਿਆਂ ਹੋਇਆ ਆਪ ਜੀ ਦੇ ਪਾਵਨ ਸਥਾਨਾਂ ਤੋਂ ਹਰੇਕ ਸਾਲ ਦੀ ਤਰ੍ਹਾਂ ਸਫਰ ਹੈ ਸ਼ਹਾਦਤ ਦਾ ਪੈਦਲ ਜੋ ਮਾਰਗ ਹੈ ਆਰੰਭ ਕੀਤਾ ਗਿਆ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਬਾਣੀ ਨਾਲ ਜੋੜ ਕੇ ਰੱਖਣਾ ਜੀ ਸੰਗਤਾਂ ਸੇਵਕਾਂ ਦੇ ਸਿਰਾਂ ਤੇ ਮਿਹਰਾਂ ਭਰਿਆ ਕਰਾ ਕੇ ਆਪਣੀਆਂ ਸੇਵਾਵਾਂ ਆਪ ਹੀ ਕਰਵਾਉਂਦੇ ਰਹਿਣਾ ਜੀ ਕਿਰਪਾ ਕਰੋ ਸਰਬੱਤ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਗੋਚਰ ਹੈ ਸੋਜ ਸਰਬਦ ਰਾਜ ਕਰੇਗਾ ਸਾਖੀ ਰਹਿ ਸਵਾਰ ਹੋਏ ਸਭ ਅਤੇ ਸ਼ਰਨ ਜੋ ਸਵਾਰ ਹੋਏ ਸਭ ਮਿਲਣਗੇ ਬਤੇ ਸ਼ਰਨ ਜੋ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਦੇਵਾਂ ਦੇ ਚਰਨਾਂ ਨੂੰ ਭਾਵੇ ਦੰਦਨ ਮਾਤਾ ਗੁਜਰੀ ਦੇ ਚਰਨਾਂ ਨੂੰ ਭਾਵੇ ਬਾਬਾ ਫਤਿਹ ਸਿੰਘ ਦੇ ਚਰਨਾਂ ਨੂੰ ਭਾਵੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿੰਡ ਰਣਜੀਤਪੁਰ ਵਿੱਚ ਨਗਰ ਕੀਰਤਨ ਪਹੁੰਚ ਗਿਆ ਤੇ ਸਾਡੇ ਵਿੱਚ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ਤੋਂ ਬਾਬਾ ਸਿਕੰਦਰ ਸਿੰਘ ਜੀ ਜਿਹੜੇ ਪਹੁੰਚੇ ਹੈ। ਤੇ ਬਾਬਾ ਜੀ ਤੁਸੀਂ ਅੱਜ ਨਗਰ ਕੀਰਤਨ ਵਿੱਚ ਸ਼ਾਮਲ ਹੋਏ ਹੋ ਤੇ ਤੁਹਾਡੇ ਜਿਹੜੀ ਦਿਲ ਦੀ ਖੁਸ਼ੀ ਔਰ ਇਸ ਸ਼ਹੀਦੇ ਜਿਹੜਾ ਸਫ਼ਰ ਹੈ ਮਾਤਾ ਜੀ ਲੰਘੇ ਇਸ ਜਗ੍ਹਾ ਤੋਂ ਔਰ ਉਸ ਟਾਈਮ ਬਹੁਤ ਜ਼ਿਆਦਾ ਠੰਡ ਔਰ ਰਸਤਾ ਬਹੁਤ ਕਠਿਨ ਹੋਏਗਾ, ਤੁਸੀਂ ਉਹਦੇ ਬਾਰੇ ਕੀ ਕਹੋਗੇ? ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਹ ਸ਼ਹਾਦਤ ਸਫ਼ਰ ਜੋ ਹੈ, ਸਭ ਤੋਂ ਪਹਿਲਾਂ ਮੈਂ ਸਾਧ ਸੰਗਤ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜਦੋਂ ਮਹਾਰਾਜ ਜੀ ਨੇ ਕਿਲ੍ਹਾ ਛੱਡਿਆ ਜੀ, ਉਸ ਤੋਂ ਬਾਅਦ ਸਰਸਾ ਨਦੀ ਦੇ ਕੰਢੇ ਪਰਿਵਾਰ ਵਿਛੋੜਾ ਸਾਹਿਬ ਦੇ ਦਰਮਿਆਨ ਸਰਸਾ ਨਦੀ ਬਹੁਤ ਚੜ੍ਹੀ ਹੋਈ ਸੀ, ਉਸ ਟਾਈਮ ਹੜ੍ਹ ਆਇਆ ਹੋਇਆ ਸੀਗਾ ਤੇ ਮਹਾਰਾਜ ਜੀ ਨੇ ਆ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਉੱਥੇ ਆਰੰਭ ਕੀਤਾ। ਪਿੱਛੋਂ ਮੁਗਲ ਫੌਜ ਨੇ ਆ ਕੇ ਘੇਰਾ ਪਾ ਲਿਆ ਤੇ ਬਾਬਾ ਅਜੀਤ ਸਿੰਘ ਤੇ ਬਾਬਾ ਉਦੈ ਸਿੰਘ ਜੀ ਨੇ ਮੋਰਚਾ ਸੰਭਾਲਿਆ ਤੇ ਉੱਥੇ ਭਗਤ ਜੀ ਨੇ ਦੱਸਿਆ ਕਿ ਕੇਰਾ ਆਣ ਹਕੂਮਤ ਨੇ ਪਾ ਲਿਆ ਹੈ, 10ਵੇਂ ਗੁਰੂ ਦਾ ਵਿਛੜਿਆ ਪਰਿਵਾਰ ਬੇਲੀ ਕਾ ਮੁਗਲ ਹਕੂਮਤ ਦਾ ਪਿੱਛੇ ਤੇ ਆਈ ਚੜ ਕੇ ਅੱਗੇ ਸਰਸਾ ਰਿਹਾ ਠਾਠਾ ਮਾਰ ਬੇਲੀ ਕਾ ਛਾਲਾ ਸਿੰਘਾਂ ਨੇ ਸਰਸੇ ਮਾਂ ਮਾਰ ਦਈਆਂ ਪੂਰੇ ਕਰਕੇ ਕੋਲ ਕਰਾਰ ਬੇਲੀ ਕਾ ਕੁਛ ਸਿੰਘ ਦਾ ਸਰਸੇ ਕੇ ਵਿੱਚ ਹੜ ਗਏ ਕੁਛ ਕਰ ਗਏ ਸਰਸੇ ਨੂੰ ਪਾਰ ਬੇਲੀ ਕਾ ਗੁਰੂ ਸਾਹਿਬ ਵੀ ਸਰਸੇ ਨੂੰ ਪਾਰ ਕਰ ਗਏ ਗੁਰੂ ਗੈਲੇ ਕਰ ਗਏ ਅਜੀਤ ਜੁਝਾਰ ਬੇਲੀ ਆਸਾ ਰਾਮ ਜੀ ਗੜੀ ਚਮਕੌਰ ਪਹੁੰਚੇ ਦਾਦੀ ਪੋਤੇ ਗਏ ਦਾਦੀ ਦੇ ਨਾਲ ਬੇਲੀ। ਤਾਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਇਹ ਸਰਸੇ ਦੇ ਕੰਢੇ ਕੰਢੇ ਕੁੰਮਾ ਮਾਸ਼ਕੀ ਦੀ ਛੰਨ ਦੇ ਕੋਲ ਪਹੁੰਚੇ ਸਤਲੁਜ ਦੇ ਕੰਢੇ ਤੇ ਬੜੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਬਾਬਾ ਜੋਰਾਵਰ ਜੁਝਾਰ ਸਿੰਘ ਤੇ ਗੁਰੂ ਸਾਹਿਬ ਜੀ ਇਹ ਗੜੀ ਚਮਕੌਰ ਪਹੁੰਚ ਗਏ ਤੇ ਮਾਤਾ ਸੁੰਦਰਾ ਜੀ ਤੇ ਮਾਤਾ ਸਾਹਿਬ ਦੇਵਾਂ ਜੀ ਭਾਈ ਮਨੀ ਸਿੰਘ ਭਾਈ ਉਦੈ ਸਿੰਘ ਜੀ ਇਹ ਦਿੱਲੀ ਨੂੰ ਰਵਾਨਾ ਹੋ ਗਏ। ਮਹਾਰਾਜ ਜੀ ਦੇ 3 ਪਰਿਵਾਰ ਹੋ ਗਏ ਜੀ ਇਸ ਸਰਸਾ ਨਦੀ ਦੇ ਕੰਢੇ ਕਾ ਕੰਢੇ ਸਰਸੇ ਕੇ ਗੁਰੂ ਜੀ ਵਿਛੜ ਗਏ ਹੈ ਪੋਤੇ ਗਏ ਹੈ ਦਾਦੀ ਦੇ ਨਾਲ ਵੇਲੀ ਕਾ ਕੰਢੇ ਸਰਸੇ ਕੇ ਤੁਰੇ ਜੋ ਜਾਮਦੇ ਹੈ ਬਰਖਾ ਪੈਂਦੀ ਹੈ ਤੰਦੂਕਾਰ ਵੇਲੀ ਐਨਾ ਅੰਨੀ ਝੱਖੜ ਮੀਂਹ ਉਸ ਸਮੇਂ ਪੈ ਰਿਹਾ था ਕੋਈ ਅੰਤ ਨਹੀਂ था ਕਾ ਕੰਢੇ ਸਰਸੇ ਕੇ ਜਦ ਪਹੁੰਚ ਗਏ ਹੈ ਇੱਕ ਛੰਨ ਦੇਖ ਲਈ ਹੌਸਲੇ ਨਾਲ ਵੇਲੀ ਆਸਾ ਰਾਮ ਜੀ ਛੰਨ ਕੇ ਵਿੱਚ ਪਹੁੰਚੇ ਕੁੰਮਾ ਮਾਸ਼ਕੀ ਕਰਦਾ ਸਵਾਲ ਵੇਲੀ ਕੁੰਮੇ ਮਾਸ਼ਕੀ ਨੇ ਮਾਤਾ ਜੀ ਨੂੰ ਸਰਨ ਦੀ ਝੁੰਗੀ ਦੇ ਵਿੱਚ ਬਿਠਾਇਆ ਮਾਤਾ ਜੀ ਨੂੰ ਸਾਰਾ ਬਿਰਤਾਂਤ ਪੁੱਛਿਆ ਐਂ ਦੱਸਿਆ ਇਤਿਹਾਸਕਾਰਾਂ ਨੇ ਵੀ ਕੁੰਮਾ ਮਾਸ਼ਕੀ ਨੇ ਕਦੀ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਕਰੇ ਸੀ ਕਿਉਂ ਗਰੀਬ ਮਲਾਹ ਸੀ ਉਹ ਬੇੜੀ ਮੱਛੀਆਂ ਪਾਲਣੇ ਵਾਲਾ ਸੀ ਮੱਛੀਆਂ ਕੱਢਦਾ ਸੀਗਾ ਦਰਿਆ ਵਿੱਚੋਂ ਤੇ ਬੇੜੀ ਚਲਾਉਂਦਾ ਹੁੰਦਾ ਸੀਗਾ ਤੇ ਮਹਾਰਾਜ ਜੀ ਉਸ ਸਮੇਂ ਮਾਤਾ ਜੀ ਨੂੰ ਪੁੱਛਿਆ ਗਿਆ ਮਾਤਾ ਜੀ ਕਿੱਥੋਂ ਆਏ ਤੁਸੀਂ ਕੌਣ ਹੋ ਤੁਹਾਡੇ ਨਾਲ ਛੋਟੇ ਛੋਟੇ ਬੱਚੇ ਹੈ ਕਿੱਥੋਂ ਆਏ ਤੁਸੀਂ ਮਾਤਾ ਜੀ ਨੇ ਸਾਰਾ ਬਿਰਤਾਂਤ ਦੱਸਿਆ ਬੈਠ ਕੇ ਫਿਰ ਕੁੰਮਾ ਮਾਸ਼ਕੀ ਮਾਈ ਲక్ష్ਮੀ ਜੀ ਕੋਲ ਗਏ ਨੇ ਮਾਈ ਲక్ష్ਮੀ ਜੀ ਤੋਂ ਭੋਜਨ ਲਿਆ ਕੇ ਮਾਈ ਲక్ష్ਮੀ ਜੀ ਨਾਲ ਆਏ ਤੇ ਬੱਚਿਆਂ ਨੂੰ ਵੀ ਭੋਜਨ ਛਕਾਇਆ ਤੇ ਮਾਤਾ ਜੀ ਨੂੰ ਵੀ ਤੇ ਦੂਜੇ ਦਿਨ ਫਿਰ ਗੰਗੂ ਬ੍ਰਾਹਮਣ ਜਿਹੜਾ ਸੇਹੜੀ ਪਿੰਡ ਦਾ ਸੀ ਫਿਰ ਦੂਜੇ ਦਿਨ ਉੱਥੇ ਗੰਗੂ ਬ੍ਰਾਹਮਣ ਮਿਲਿਆ ਸਵੇਰ ਵੇਲੇ ਫਿਰ ਉਹ ਆਪਣੇ ਸੇਹੜੀ ਪਿੰਡ ਲੈ ਗਿਆ ਫਿਰ ਉਸਨੇ ਕਈ ਨੀਤੀਆਂ ਚੱਲੀਆਂ ਉੱਥੇ ਇਤਿਹਾਸ ਬਹੁਤ ਲੰਬਾ ਹੈ ਤਾਂ ਸਮਾਂ ਘੱਟ ਹੈ ਤਾਂ ਇਸ ਕਰਕੇ ਇਹ ਸ਼ਹਾਦਤਾਂ ਦਾ ਪੋਹ ਦਾ ਮਹੀਨਾ ਤਾਂ ਇਹ ਜੋ ਨਗਰ ਕੀਰਤਨ ਪਰਿਵਾਰ ਵਿਛੋੜਾ ਸਾਹਿਬ ਤੋਂ ਆਰੰਭ ਹੋ ਕੇ ਕੁੰਮਾ ਮਾਸ਼ਕੀ ਦੇ ਸਥਾਨ ਤੇ ਜਾ ਰਿਹਾ ਮੈਂ ਬਹੁਤ ਬਹੁਤ ਸਾਧ ਸੰਗਤਾਂ ਦਾ ਧੰਨਵਾਦ ਤਹਿ ਦਿਲੋਂ ਧੰਨਵਾਦ ਕਰਦਾ। ਮੈਂ ਮੋਹਾਲੀ ਜ਼ਿਲ੍ਹੇ ਤੋਂ ਗੁਰਦੁਆਰਾ ਝਿੜੀ ਸਾਹਿਬ ਤੋਂ ਦਰਸ਼ਨਾਂ ਵਾਸਤੇ ਇੱਥੇ ਪਹੁੰਚਿਆ ਦਾ ਸੰਗਤਾਂ ਦਾ ਧੂੜ ਚਰਨ ਧੂੜ ਆਪਣੇ ਮੱਥੇ ਨੂੰ ਲਾਉਣ ਵਾਸਤੇ ਮਹਾਰਾਜ ਜੀ ਇਸੇ ਤਰ੍ਹਾਂ ਇਹ ਭਾਈ ਸਮਾਗਮ ਚੱਲਦੇ ਰਹਿਣ ਤਾਂ ਇੰਨੀ ਬੇਨਤੀ ਦਾ ਫੁੱਲ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਰਾਤ ਹਨੇਰੀ
ਬਿਜਲੀ ਲਿਸ਼ਕੇ ਰਾਹ ਜੰਗਲਾਂ ਦੇ ਪੈ ਗਏ ਨੇ। ਰਾਤ ਹਨੇਰੀ ਬਿਜਲੀ ਲਿਸ਼ਕੇ ਰਾਹ ਜੰਗਲਾਂ ਦੇ ਪੈ ਗਏ ਨੇ। ਰੇਸ਼ਮ ਨਾਲੋਂ ਸੋਹਲ ਸਰੀਰ ਨੂੰ ਦੁਖੜੇ ਸਹਿਣੇ ਪੈ ਗਏ ਨੇ। ਛੋਟੀ ਉਮਰ ਦੇ ਦੋਨੋਂ ਬਾਲ ਜੀ ਮਾਤਾ ਗੁਜਰੀ ਉਹਨਾਂ ਦੇ ਨਾਲ ਜੀ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲਓ ਹਾਲ ਜੀ। ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ। ਕਹਿਰ ਦੀ ਸਰਦੀ ਹੱਡੀਆਂ ਚੀਰੇ, ਬਾਲ ਨਿਆਣੇ ਕੰਬਦੇ ਨੇ। ਕਹਿਰ ਦੀ ਸਰਦੀ ਹੱਡੀਆਂ ਚੀਰੇ, ਬਾਲ ਨਿਆਣੇ ਕੰਬਦੇ ਨੇ। ਉਂਗਲੀ ਫੜ ਕੇ ਮਾਂ ਗੁਜਰੀ ਦੀ ਰਾਹ ਪੱਥਰਾਂ ਦੇ ਲੰਘਦੇ ਨੇ। ਕਦੋਂ ਜੀਤ ਤੇ ਜੁਝਾਰ ਵੀਰੇ ਆਉਣਗੇ, ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲਓ ਹਾਲ ਜੀ। ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ। ਉਮਰ ਨਿਆਣੀ ਦੋ ਬੱਚਿਆਂ ਦੀ, ਇੱਕ ਮਾਂ ਬੁੱਢੜੀ ਸਾਥ ਕਰੇ। ਉਮਰ ਨਿਆਣੀ ਦੋ ਬੱਚਿਆਂ ਦੀ, ਇੱਕ ਮਾਂ ਬੁੱਢੜੀ ਸਾਥ ਕਰੇ। ਬੇਦੋਸ਼ੇ ਨਾ ਨਿਰਦੋਸ਼ਾਂ ਦਾ ਕੌਣ ਹੈ ਜੋ ਇਨਸਾਫ ਕਰੇ। ਕੈਸੀ ਹੋਣੀ ਨੇ ਖੇਡੀ ਚਾਲ ਜੀ, ਗੰਗੂ ਪਾਪੀ ਉਹਨਾਂ ਦੇ ਨਾਲ ਜੀ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲਓ ਹਾਲ ਜੀ। ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ। ਤੁਰੇ ਜਾਂਦੇ ਗੁਰਾਂ ਦੇ ਲਾਲ ਜੀ, ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲਓ ਹਾਲ ਜੀ। ਵਾਟਾਂ ਲੰਮੀਆਂ ਤੇ ਰਸਤਾ ਪਹਾੜ। ਦਸਨੀ ਹਵਾਏ ਕੋਈ ਦੇ ਨੀ ਸੁਨੇਹਾ ਮੈਨੂੰ, ਕਿੱਧਰ ਗਿਆ ਮੇਰਾ ਲਾਲ ਨੀ। ਦਸਨੀ ਹਵਾਏ ਮੈਨੂੰ ਦੇ ਨੀ ਸੁਨੇਹਾ ਕੋਈ, ਕਿੱਧਰ ਗਿਆ ਮੇਰਾ ਲਾਲ ਨੀ। ਦੇਵਾਂ ਕੀ ਜਵਾਬ ਮੈਨੂੰ ਪੁੱਛਦੇ ਨੇ ਲਾਲ ਦੋਵੇਂ, ਕੜੀ ਮੁੜੀ ਕਰਦੇ ਸਵਾਲ ਨੀ। ਹਾਂਜੀ ਤੁਸੀਂ ਦੇਖ ਰਹੇ ਹੋ ਜੀ ਕੁਮਾ ਮਾਸ਼ਕੀ ਦੇ ਗੁਰਦੁਆਰਾ ਸਾਹਿਬ ਵਿੱਚ ਜਿਹੜਾ ਨਗਰ ਕੀਰਤਨ ਪਰਿਵਾਰ ਵਿਛੋੜੇ ਤੋਂ ਚੱਲਿਆ ਸੀ ਉਹ ਪਹੁੰਚ ਚੁੱਕਿਆ ਹੈ। ਗੁਰੂ ਘਰ ਦੇ ਅਨੰਦ ਸੇਵਕ ਉਹ ਪਵਿੱਤਰ ਧੂਆਂ ਵਾਹਿਗੁਰੂ ਤੇ ਉਹ ਭਾਗ ਭਰੀ ਮਾਤਾ ਜੀ ਦੇ ਗ੍ਰਹਿ ਵਿੱਚ ਗੁਰੂ ਕੀ ਮਾਂ ਤੇ ਗੁਰੂ ਕੇ ਲਾਲਾ ਨੇ ਆ ਕੇ ਸੇਵਾ ਦਾ ਅਵਸਰ ਦਿੱਤਾ। ਭਾਈ ਹਰਪਾਲ ਸਿੰਘ ਜੀ
ਇਹਨਾਂ ਨੇ ਆਪ ਨੂੰ ਦੱਸਿਆ ਹੀ ਹੈ ਆਖੋ ਸਤਨਾਮ। ਇੱਥੇ ਇੱਕ ਸਨੇਹ ਹੈ, ਇੱਕ ਪਿਆਰ ਦੀ ਗੱਲ ਹੁੰਦੀ ਹੈ। ਭਾਵੇਂ ਗੁਰੂ ਪੁੱਤਰ ਹੋਣ ਤੇ ਭਾਵੇਂ ਗੁਰੂ ਦੇ ਸਿੱਖ ਹੋਣ, ਅਸੀਂ ਫਰਕ ਕਰਦੇ ਹਾਂ। ਅੱਜ ਸਾਡੇ ਵਿੱਚ ਫਰਕ ਆ ਗਿਆ। ਮਾਫ ਕਰਨਾ ਇਹ ਬੁਢਾਪਾ ਸਮਝ ਲਓ, ਭਾਵੇਂ ਉਧਾਰਾ ਸਮਝ ਲਓ ਕਿ ਅਸੀਂ ਗੁਰੂ ਪੁੱਤਰਾਂ ਤੇ ਗੁਰੂ ਕੇ ਸਿੱਖਾਂ 'ਚ ਫਰਕ ਕਰਦੇ ਹਾਂ। ਗੁਰੂ ਪੁੱਤਰ ਤੇ ਗੁਰੂ ਕੇ ਸਿੱਖਾਂ ਵਿੱਚ ਗੁਰੂ ਨੇ ਕਦੇ ਵੀ ਫਰਕ ਨਹੀਂ ਕੀਤਾ। ਜਿੱਥੇ ਅਸੀਂ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਹਾਂ, ਜਿੱਥੇ ਮਹਾਨ ਸਾਹਿਬ ਉੱਥੇ ਕਿਤੇ ਨਾ ਕਿਤੇ ਅਸੀਂ ਉਹਨਾਂ ਤੋਂ ਸਿੱਖਾਂ ਦੀਆਂ ਸ਼ਹੀਦੀਆਂ, ਮਹਾਨ ਘਾਲਣਾ, ਪਰ ਉਪਕਾਰ ਉਹਨਾਂ ਤੋਂ ਮੁੱਖ ਮੋੜ ਲੈਂਦੇ ਆ ਜਦੋਂ ਅਸੀਂ ਉਹਨਾਂ ਦੀ ਯਾਦ ਵੀ ਨਹੀਂ ਕਰ। ਬੜੀ ਪਿਆਰ ਵਾਲੀ ਬਾਬਾ ਦਰਸ਼ਨ ਸਿੰਘ ਇਹਨਾਂ ਮੇਰੇ ਕੱਢ ਲਿਆ ਕਿ ਗੁਰੂ ਕੇ ਸਿੰਘਾਂ ਦੀ ਵੀ ਗੱਲ ਸੁਣਾਉਣੀ, ਗੁਰੂ ਕੇ ਸਿੱਖਾਂ ਦੀ ਗੱਲ ਨਹੀਂ ਕਰਨੀ। ਆਓ ਦੋਸਤੋ, ਜਿੰਨਾ ਸਮਾਂ ਮਿਲਿਆ ਹੈ ਗੁਰੂ ਉਪਦੇਸ਼ ਬਹੁਤ ਲਖਾਰ ਪੈਦਾ ਹੁੰਦਾ। ਅਦਬ ਤਹਿਤ ਫਤਿਹ ਬੁਲਾਓ ਆਪ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਇੱਕ ਵਾਰ ਸਾਰੇ ਮੌਕਾ ਦੇ ਦਿਓ। ਗੁਰ ਸਿੱਖਾਂ ਇੱਕੋ ਪਿਆਰ, ਗੁਰ ਸਿੱਖਾਂ ਇੱਕੋ ਪਿਆਰ, ਗੁਰ ਸਿੱਖਾਂ, ਗੁਰ ਸਿੱਖਾਂ ਇੱਕੋ, ਗੁਰ ਮਿੱਤਾ ਪੁੱਤਾ ਪਾਈਆਂ, ਗੁਰ ਮਿੱਤਾ ਪੁੱਤਾ ਪਾਈਆਂ, ਗੁਰ ਮਿੱਤਾ ਪੁੱਤਾ ਪਾਈਆਂ, ਗੁਰ ਮਿੱਤਾ ਪੁੱਤਾ। ਗੁਰੂ ਦੇ ਪੁੱਤਰ ਤੇ ਗੁਰੂ ਦੇ ਇੱਕ, ਉਹਨਾਂ ਲਈ ਸਨੇਹ ਇੱਕ ਹੋ ਗਿਆ। ਸਾਧ ਸੰਗਤ, ਬੜਾ ਮਨ ਦੁਖਦਾ ਹੈ ਜਦੋਂ ਅਜੇ ਭੱਠਾ ਸਾਹਿਬ ਮੱਥਾ ਟੇਕ ਕੇ ਮੁੜੇ ਆਉਂਦੇ ਹਨ। ਸ਼ਹੀਦ ਬਾਬਾ ਬਚਿੱਤਰ ਸਿੰਘ ਦੇ ਸ਼ਹੀਦੀ ਥਾਂ ਤੇ ਜਾ ਕੇ ਨਤਮਸਤਕ ਨਹੀਂ ਹੁੰਦੇ। ਸਾਧ ਸੰਗਤ ਆਓ, ਜੋ ਕਿ 2-3 ਦਿਨ ਇੱਥੋਂ ਸਾਹਿਬਜ਼ਾਦਿਆਂ ਦੀ ਗੱਲ ਹੋਣੀ ਹੈ। ਅੱਜ ਸ਼ਾਮ ਤੱਕ ਵੀ ਛੋਟੇ ਸਾਹਿਬਜ਼ਾਦਿਆਂ ਦੇ ਪ੍ਰਸੰਗ ਵੱਡਿਆਂ ਦੇ ਵੀ ਚੱਲਣੇ ਹੈ। ਤੇ ਮੈਂ ਇਸੇ ਲੜੀ ਦੇ ਵਿੱਚ ਉਹਨਾਂ ਸਿੰਘਾਂ ਦੇ ਚਿਹਰੇ ਜਿਨ੍ਹਾਂ ਨੇ ਗੁਰੂ ਮਹਾਰਾਜ ਦੇ ਨਾਲ ਲੱਗ ਕਰਕੇ ਆਪਣੀਆਂ ਜਾਨਾਂ ਭੁੱਲ ਕੇ, ਉਹ 40 ਦੇ ਵਿੱਚ ਹੈ ਕੌਣ ਕੌਣ ਨਹੀਂ। ਸਾਧ ਸੰਗਤ, ਗੁਰੂ ਮਹਾਰਾਜ ਜੀ ਦੀ ਇੱਕ ਧਰਮ ਦੀ ਭੈਣ ਹੈ, ਇਹਦਾ ਨਾਮ ਬੀਬੀ ਭਿੱਖਾ ਕੌਰ ਸਿੰਘ ਲਿਖਦੇ ਹਨ ਇਤਿਹਾਸ ਦੇ ਅੰਦਰ। ਜਿਹੜੀ ਬੀਬੀ ਭਿੱਖਾ ਹੈ, ਇਹਦਾ ਘਰ ਵਾਲਾ, ਇਹਦਾ ਨਾਮ ਹੈ ਆਲਮ ਸਿੰਘ। ਇਹ ਜਿਹੜਾ ਆਲਮ ਸਿੰਘ ਹੈ, ਇਹਦੀ ਹੇਕ ਬੜੀ ਉੱਚੀ ਹੈ। ਜਦੋਂ ਹੇਕ ਲਾਉਂਦਾ ਨਾ, ਬੜੀ ਉੱਚੀ ਹੇਕ ਹੈ। ਪੱਪਾ ਭੈਣ ਹੈ, ਇਹਦੇ ਪਿਤਾ ਨੇ ਜਿੱਥੇ ਮਹਾਰਾਜ ਨੂੰ ਸ਼ਸਤਰ ਵਿੱਦਿਆ ਸਿਖਾਈ, ਉੱਥੇ ਇਹਨੂੰ ਵੀ ਇਕੱਠੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਇਹ ਬੀਬੀ ਭਿੱਖਾ ਕੌਰ ਇਹ ਅਭਿਆਸ ਕਰਦੇ ਨੇ। ਜਦੋਂ ਆਨੰਦਾਂ ਤੋਂ ਮਹਾਰਾਜ ਰਾਤ ਨੂੰ ਕਿਲਾ ਛੱਡ ਕੇ ਨਿਕਲਦੇ ਨੇ, ਸਰਸਾ ਦੇ ਕੰਢੇ ਆ ਕੇ ਵੈਰੀ ਵਿੱਚੋਂ ਕਦਮਾਂ ਤੋੜ ਕੇ ਹਮਲਾ ਕਰ ਦਿੰਦੇ ਨੇ। ਉਹਨਾਂ ਦੇ ਹਮਲੇ ਨੂੰ ਰੋਕਣ ਵਾਸਤੇ ਜਿੱਥੇ ਭਾਈ ਉਹਦੇ ਸਿੰਘ, ਬਾਬਾ ਅਜੀਤ ਸਿੰਘ, ਉੱਥੇ ਉਹਨਾਂ ਦੇ ਨਾਲ ਨਿਕਲੀਆਂ ਦੇ ਵਿੱਚ ਕਹਿੰਦੇ ਇਹ ਉਹਨਾਂ ਸੂਰਮਿਆਂ ਦੇ ਨਾਲ ਜਿੱਥੇ ਘੇਰਾ ਪਿਆ ਸੀ ਨੰਦਾਂ ਦੀ ਪੂਰੀ ਤੇ ਬੀਬੀਆਂ ਵੀ ਸੀ ਜਿਨ੍ਹਾਂ ਨੇ ਕਈ ਮਹੀਨਿਆਂ ਤੋਂ ਰੰਜਮਾ ਪ੍ਰਸਾਦੇ ਹੀ ਨਹੀਂ ਸਕਿਆ। ਸੌਂਕੇ ਨਹੀਂ ਸੀ ਦੇਖਿਆ, ਰੱਜ ਕੇ ਸੌਂਕੇ ਨਹੀਂ ਸੀ ਦੇਖਿਆ, ਨੀਂਦ ਨਹੀਂ ਸੀ ਪੂਰੀ ਹੋਈ। ਪਰ ਫਿਰ ਵੀ ਕਹਿੰਦੇ ਬੀਬੀ ਭਿੱਖਾ ਕੌਰ ਸਿੰਘ ਨੇ ਸਤਿਗੁਰੂ ਮਹਾਰਾਜ ਜੀ ਦੇ ਉਸ ਵਕਤ ਜਦੋਂ ਦੀਵਾਨ ਲੱਗਿਆ ਹੋਇਆ ਹੈ, ਇੱਕ ਪਾਸੇ ਜੰਗ ਹੋ ਰਿਹਾ ਹੈ, ਇਹਨੇ ਸ਼ਹਾਦਤ ਪ੍ਰਾਪਤ ਕੀਤੀ ਹੈ। ਸਰਸਾ ਤੋਂ ਪਰਲੇ ਪਾਰ ਹੀ ਇਹ ਕਹਿਣ ਲੱਗੇ ਮਹਾਰਾਜ ਸਾਡੇ ਲਈ ਕੀ ਹੁਕਮ ਹੈ। ਸਤਿਗੁਰ ਕਹਿੰਦੇ ਗੜੀ ਦੇ ਦਰਵਾਜ਼ੇ ਤੇ ਤੁਸੀਂ ਖੜਨਾ ਹੈ, ਗੜੀ ਦੇ ਦਰਵਾਜ਼ੇ ਥਾਣੀ ਕੋਈ ਵੈਰੀ ਦੁਸ਼ਮਣ ਅੰਦਰ ਨਾ ਆ ਜੇ। ਕਹਿਣ ਲੱਗੇ ਮਾਲਕਾ, ਜਿੰਨੀ ਦੇਰ ਤੱਕ ਇਸ ਸਰੀਰ ਦੇ ਵਿੱਚ ਜਾਨ ਹੈ, ਜਦੋਂ ਤੱਕ ਇਸ ਸਰੀਰ ਦੇ ਵਿੱਚ ਜਾਨ ਹੈ, ਇਸ ਦਰਵਾਜ਼ੇ ਥਾਣੀ ਲੰਘ ਕੇ ਕੋਈ ਅੰਦਰ ਨਹੀਂ ਆ ਸਕਦਾ। ਕੋ ਸਤਨਾਮ। ਮਹਾਰਾਜ ਦੇ ਸ਼ਹੀਦੀ ਪ੍ਰਾਪਤ ਕਰਕੇ ਤੇ ਬਖਸ਼ ਦੇ। ਮਹਾਰਾਜ ਇਹਨਾਂ ਨੂੰ ਲਾਇਆ ਪਹਿਰੇ ਦੇ ਉੱਤੇ
ਕੱਲੇ ਕੱਲੇ ਦੀਆਂ ਡਿਊਟੀਆਂ ਲੱਗਦੀਆਂ। ਤੀਸਰਾ ਸਿੰਘ ਆਲਮ ਸਿੰਘ ਜੀ ਦੀ ਮੈਂ ਗੱਲ ਕਰਨ ਲੱਗਿਆ। ਸਾਧ ਸੰਗਤ, ਭਾਈ ਆਲਮ ਸਿੰਘ ਦੀ ਡਿਊਟੀ ਮਹਾਰਾਜ ਨੇ ਆਪਣੇ ਪੁੱਤਰਾਂ ਦੀ ਪਹਿਲਾਂ ਕਰਾਈ। ਦੇਖੋ ਤੁਸੀਂ ਜੰਗ ਦੇ ਮੈਦਾਨ ਵਿੱਚ ਲੜਨ ਤੋਂ ਪਹਿਲਾਂ ਸਾਨੂੰ ਆਪਣੇ ਮਨ ਨਾਲ ਲੜਨਾ, ਕਿੰਨਾ ਮਨ ਨਾਲ ਲੜਨਾ ਚਾਹੀਦਾ, ਇਸ ਗੱਲ ਦੇ ਉੱਤੇ ਗੁਰੂ ਸਾਹਿਬ ਕਿੰਨਾ ਜ਼ੋਰ ਦਿੰਦੇ ਆ। ਇੱਕ ਗੱਲ ਕਹਿ ਕੇ ਖਿਮਾ ਕਰਾਂ, ਸਿਰਫ 1.5 ਮਿੰਟ ਦਾ ਸਮਾਂ ਰਹਿ ਗਿਆ। ਮੈਂ ਹੈਰਾਨ ਹੁੰਦਾ, ਬਾਬਾ ਅਜੀਤ ਸਿੰਘ ਸਾਹਿਬ ਬੈਠੇ ਆ ਆਨੰਦਾਂ ਦੀ ਪੁਰੀ, 10ਵੇਂ ਪਾਤਸ਼ਾਹ ਦੇ ਕੋਲ ਆ ਕੇ ਇੱਕ ਬ੍ਰਾਹਮਣ ਫਰਿਆਦ ਕਰਦਾ ਹੈ, ਮਹਾਰਾਜ ਮੇਰੀ ਨਵ ਵਿਆਹੀ ਇਸਤਰੀ ਨੂੰ ਪਠਾਨ ਚੱਕ ਕੇ ਲੈ ਗਏ। ਭਰੀ ਸਭਾ ਦੇ ਵਿੱਚ ਵੱਡੇ ਵੱਡੇ ਜਰਨੈਲ ਬੈਠੇ ਐ, ਚੰਗੇ ਚੰਗੇ ਗੁਰੂ ਕੇ ਸਿੱਖ ਬੈਠੇ ਐ, ਕੱਦ ਰੱਖਣ ਵਾਲੇ। ਸਤਿਗੁਰੂ ਮਹਾਰਾਜ ਨੇ ਦੀ ਫਰਿਆਦ ਸੁਣਦੇ ਸਰ ਬਾਬਾ ਅਜੀਤ ਸਿੰਘ ਸਾਹਿਬ ਵੱਲ ਦੇਖਿਆ। ਉਦੋਂ ਬਾਬਾ ਜੀ ਦੀ ਉਮਰ 16 ਕੁ ਵਰ੍ਹਿਆਂ ਦੀ ਉਮਰ ਹੈ। ਮਹਾਰਾਜ ਆਪਣੇ ਪੁੱਤਰ ਵੱਲ ਦੇਖਦੇ ਐ ਤੇ ਕਹਿਣ ਲੱਗੇ, ਤੁਹਾਨੂੰ ਕਮਾਂਡਰ ਬਣਾ ਕੇ ਭੇਜਦੇ ਆ। 100 ਸਿੰਘ ਨਾਲ ਦਿੱਤੇ ਐ, ਇਸ ਦੀ ਨਵ ਵਿਆਹੀ ਇਸਤਰੀ ਜਿਹੜੀ ਹੈ ਪਠਾਨ ਲੈ ਗਿਆ, ਉਹਨੂੰ ਤੁਸੀਂ ਛੜਾ ਕੇ ਲੈ ਕੇ ਆਉਣਾ ਹੈ। ਮੈਂ ਕਈ ਵਾਰ ਸੋਚਦਾ ਵਾਂ ਕਿ ਹੋਰ ਵੀ ਸਿੰਘ ਬੈਠੇ ਸੀ, ਬਾਬਾ ਅਜੀਤ ਸਿੰਘ ਸਾਹਿਬ ਨੂੰ ਕਿਉਂ ਭੇਜਿਆ? ਹੋਰ ਵੀ ਵੱਡੇ ਸਿੰਘ ਬੈਠੇ ਸੀ, ਬਾਬਾ ਅਜੀਤ ਸਿੰਘ ਸਾਹਿਬ ਨੂੰ ਕਿਉਂ ਭੇਜਿਆ? ਕਿਉਂਕਿ ਮਹਾਰਾਜ ਦੱਸਣਾ ਚਾਹੁੰਦੇ ਸੀ ਕਿ ਜਦੋਂ ਭਰ ਜਵਾਨੀ ਸ਼ੁਰੂ ਹੁੰਦੀ ਹੈ, 16-17 ਵਰ੍ਹਿਆਂ ਦੇ ਉੱਤੇ ਮਨੁੱਖ ਦਾ ਮਨ ਜਿਹੜਾ ਹੈ ਵਾਸਨਾ ਦੇ ਅਧੀਨ ਹੋ ਕੇ ਮੈਲੇ ਕਰਮ ਕਰਦਾ ਹੈ। ਮੇਰਾ ਖਾਲਸਾ ਜਦੋਂ ਇਸ ਅਵਸਥਾ ਦੇ ਵਿੱਚ ਆਵੇ, ਉਦੋਂ ਲੋਕਾਂ ਦੀ ਇੱਜ਼ਤਾਂ ਦੇ ਉੱਤੇ ਹੱਥ ਨਾ ਪਾਵੇ, ਪਰਾਈ ਇੱਜ਼ਤਾਂ ਦੇ ਉੱਤੇ ਹੱਥ ਨਾ ਪਾਵੇ, ਉਹਨੂੰ ਲੁੱਟ-ਪੁੱਟ ਨਾ ਕਰੇ, ਬਲਕਿ ਲੁੱਟਣ ਵਾਲਿਆਂ ਨੂੰ ਜਾ ਕੇ ਸਬਕ ਸਿਖਾਵੇ, ਖੋਈਆਂ ਹੋਈਆਂ ਇੱਜ਼ਤਾਂ ਨੂੰ ਵਾਪਸ ਲੈ ਕੇ ਆਵੇ। ਕਿੱਡੀ ਅੰਦਰ ਦੀ ਤਿਆਰੀ ਹੈ। ਸਾਧ ਸੰਗਤ, ਇਹ ਮਨ ਤਾਂ ਬਲਵਾਨ ਹੋਣਾ ਜੇ ਅਸੀਂ ਅੰਮ੍ਰਿਤ ਵੇਲੇ ਦਾ ਨੇਮ ਕਰਾਂਗੇ। ਪਿਆਰਿਓ, ਪਹਿਰ ਰਾਤ ਰਹਿੰਦੀ ਸਿੱਖ ਰਹਿਤ ਮਰਿਆਦਾ, ਪਹਿਰ ਰਾਤ ਰਹਿੰਦੀ ਸਿੱਖ ਜਾਗੇ, ਗੁਰੂ ਮੰਤਰ ਦਾ ਅਭਿਆਸ ਕਰੇ, ਉਪਰੰਤ ਆਪਣਾ ਨਿਤਨੇਮ ਕਰੇ। ਸਾਧ ਸੰਗਤ, ਨੀਂਹ ਪੱਕੀ ਹੈ ਤਾਂ ਮਹਿਲ ਉੱਚੇ ਖੜੇ ਹੋਣਗੇ। ਅੱਜ ਸਿੱਖੀ ਦੇ ਮਹਿਲ ਤਾਂ ਸੁਹਾਵਣੇ ਐ ਕਿਉਂਕਿ ਸਾਡੀਆਂ ਨੀਹਾਂ ਪੱਕੀਆਂ। ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ। ਆਓ ਨੀਹਾਂ ਪੱਕੀਆਂ ਕਰਕੇ ਜਾਈਏ। ਜਿਹੜੇ ਨਿਤਨੇਮ ਕਰਦੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਮਹਾਰਾਜ ਅੱਗੇ ਤਰਲਾ ਕਰੋ ਕਿ ਮਹਾਰਾਜ ਤੇਰੇ ਨੇਮ ਚੋਂ ਰਸ ਆਉਣ ਲੱਗ ਜੇ। ਤੇ ਜਿਹੜੇ ਨਹੀਂ ਕਰਦੇ ਉਹ ਹੱਥ ਅੱਡ ਕੇ, ਝੋਲੀ ਅੱਡ ਕੇ ਮੰਗ ਕੇ ਜਾਇਓ, ਮਹਾਰਾਜ ਮੇਰਾ ਕੋਈ ਦਿਨ ਵੀ ਨਿਤਨੇਮ ਤੋਂ ਖਾਲੀ ਨਾ ਜਾਵੇ, ਮੇਰਾ ਸਵਾਸ ਤੇਰੇ ਨਾਮ ਦੇ ਦੇਖੇ ਲੱਗ ਜੇ, ਤਾਂ ਕਿ ਜਦੋਂ ਮੇਰਾ ਪੇਪਰ ਪਵੇ ਮੈਂ ਡੋਲ ਨਾ ਜਾਵਾਂ। ਜਿਵੇਂ ਮੇਰੇ ਬਾਬੇ ਉਹਨਾਂ ਨੇ ਪੇਪਰ ਪਾਸ ਕੀਤੇ ਤੇ ਅਸੀਂ ਵੀ ਪੇਪਰ ਪਾਸ ਕਰ ਸਕੀਏ। ਹੋਈਆਂ ਭੁੱਲਾਂ ਬਖਸ਼ ਦੇਣੀਆਂ। ਇੱਥੇ ਮੇਰੇ ਵੱਲੋਂ ਸਮਾਪਤੀ। ਬਹੁਤ ਬਹੁਤ ਧੰਨਵਾਦ। ਭਾਈ ਹਰਵੰਸ ਸਿੰਘ ਜੀ, ਬਾਬਾ ਜੀ ਸੁਰਿੰਦਰ ਸਿੰਘ ਜੀ ਖਜੂਰੇ ਲੁਗਲਾ ਵਾਲੇ ਬਹੁਤ ਮਿਹਨਤ ਕਰ ਰਹੇ ਹਨ। ਸਾਧ ਸੰਗਤ, ਬਹੁਤ ਮਿਹਨਤ। ਜਿੱਥੇ ਆਪਣੇ ਘਰ ਦੇ ਕੰਮਕਾਰ, ਪਰਿਵਾਰ, ਰਿਸ਼ਤੇਦਾਰੀਆਂ ਨੂੰ ਹਰ ਇੱਕ ਜਗ੍ਹਾ ਪਹੁੰਚ ਕਰਦੇ ਆ, ਉੱਥੇ ਬਹੁਤ ਜ਼ਿਆਦਾ ਸਮਾਂ ਸਾਡੇ ਇਲਾਕੇ ਨੂੰ ਇਹਨਾਂ ਨੇ ਦਿੱਤਾ ਹੈ। ਤੇ ਜਿਹਦੇ ਬਾਬਤ ਸਾਹਮਣੇ ਕਿੱਡੀਆਂ ਕਿੱਡੀਆਂ ਖੋਜਾਂ ਆਪ ਜੀ ਦੀ ਆਈਆਂ ਹਨ। ਇਹਨਾਂ ਦੀ ਕਮਾਈ ਨੂੰ ਦੋਨੇ ਹੱਥ ਜੋੜ ਕੇ ਨਮਸਕਾਰ ਹੈ। ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੜ ਚੱਲੇ ਮੈਂ ਵੀ ਤੁਹਾਡੇ ਮਗਰ ਆਵਾਂ, ਬਸ ਹੁਣ ਮੈਂ ਵੀ ਸੱਚਖੰਡ ਜਾਵਾਂ। ਵੇਲਾ ਆ ਗਿਆ ਏ ਦਾਦੀ ਜੁਦਾਈ ਦਾ, ਅਸਾਜ ਮੁੜ ਕੇ ਆਉਣਾ ਨਹੀਂ, ਤੈਨੂੰ ਦੱਸੀ ਇੱਕ ਮੈਂ ਕੀ ਹੋਣਾ ਏ, ਤੇਰੀ ਅੱਖੀਆਂ ਨੂੰ ਅਸੀਂ ਰੁਲਾਉਣਾ ਨਹੀਂ। ਉਸੇ ਭਾਵਨਾ ਨੂੰ ਮੁੱਖ ਰੱਖਦਿਆਂ ਹੋਇਆਂ ਦਾਦੀ ਮਾਂ ਅਤੇ ਸਾਹਿਬਜ਼ਾਦੇ ਜਿਵੇਂ ਇਸ ਅਸਥਾਨ ਤੇ ਗੁਰੂ ਪਰਿਵਾਰ ਨਾਲੋਂ ਵਿਛੜ ਕਰਕੇ ਪਹੁੰਚੇ ਸਨ, ਉਸੇ ਭਾਵਨਾ ਨੂੰ ਮੁੱਖ ਰੱਖਦਿਆਂ ਹੋਇਆਂ ਅੰਮ੍ਰਿਤ ਵੇਲੇ ਆਸਾ ਜੀ ਦੀ ਬਾਰ ਦਾ ਕੀਰਤਨ ਕਰਨ ਉਪਰੰਤ ਅਰਦਾਸ ਬੇਨਤੀ ਕਰਨ ਤੋਂ ਬਾਅਦ ਸੰਗਤਾਂ ਪੈਦਲ ਨਗਰ ਕੀਰਤਨ ਦੇ ਰੂਪ ਦੇ ਵਿੱਚ ਇੱਥੇ ਪਹੁੰਚੀਆਂ ਨੇ। ਜੀਓ ਆਇਆਂ ਕਿਹਾ ਗਿਆ।